ਡਾਕਟਰ ਪੰਡਾਲ ਦੀ ਪੁਸਤਕ ਸੂਰਜ ਦੀ ਦਸਤਕ ਦਾ 9ਵਾਂ ਲੇਖ ਹੈ ਆਮ ਖਾਸ ਆਦਮੀ। ਕੁਝ ਵਿਅਕਤੀ ਖਾਸ ਹੁੰਦਿਆਂ ਵੀ ਆਮ ਹੁੰਦੇ ਨੇ, ਪਰ ਕੁਝ ਆਮ ਹੁੰਦਿਆਂ ਵੀ ਖਾਸ ਵਿਅਕਤੀ ਬਣ ਜਾਂਦੇ ਨੇ। ਖਾਸ ਵਿਅਕਤੀ ਬਣਨਾ ਬਹੁਤ ਔਖਾ ਹੁੰਦਾ ਹੈ, ਪਰ ਖਾਸ ਵਿਅਕਤੀ ਬਣ ਕੇ ਆਮ ਬਣਨਾ ਇਸ ਤੋਂ ਵੀ ਜ਼ਿਆਦਾ ਔਖਾ ਹੁੰਦਾ ਹੈ। ਆਮ ਵਿਅਕਤੀ ਸਦਾ ਆਮ ਹੀ ਰਹਿੰਦੇ ਨੇ, ਸਿਰਫ ਕੁਝ ਮੌਕਿਆਂ ਤੇ ਉਹਨਾਂ ਨੂੰ ਖਾਸ ਬਣਨ ਦਾ ਮੌਕਾ ਮਿਲਦਾ ਹੈ। ਪਰ ਖਾਸ ਵਿਅਕਤੀ ਹਰ ਵੇਲੇ ਖਾਸ ਬਣ ਕੇ ਇੱਕ ਭਾਵਨਾਹੀਣ ਵਿਅਕਤਿਤਵ ਦੇ ਮਾਲਕ ਬਣ ਬਹਿੰਦੇ ਨੇ। ਕੋਈ ਵੀ ਵਿਅਕਤੀ ਆਮ ਜਾਂ ਖਾਸ ਨਹੀਂ ਹੁੰਦਾ। ਵਿਅਕਤੀ ਸਿਰਫ ਵਿਅਕਤੀ ਹੁੰਦਾ ਹੈ। ਇਹ ਤਾਂ ਉਹਦਾ ਕਿਰਦਾਰ, ਗੁਫ਼ਤਾਰ, ਵਿਵਹਾਰ ਤੇ ਵਿਚਾਰ ਹੀ ਉਹਨੂੰ ਆਮ ਜਾਂ ਖਾਸ ਬਣਾਉਂਦੇ ਨੇ। ਆਮ ਵਿਅਕਤੀ ਲਈ ਖਾਸ ਵਿਅਕਤੀ ਦੇ ਕੁਝ ਅਰਥ ਹੋ ਸਕਦੇ ਹਨ, ਪਰ ਖਾਸ ਵਿਅਕਤੀ ਲਈ ਆਮ ਵਿਅਕਤੀ ਦੇ ਕੋਈ ਵੀ ਮਾਇਨੇ ਨਹੀਂ ਹੁੰਦੇ। ਉਹਨਾਂ ਲਈ ਆਮ ਵਿਅਕਤੀ ਧਰਤੀ ਦੇ ਕੀੜੇ ਮਕੌੜਿਆਂ ਤੋਂ ਵੱਧ ਕੁਝ ਨਹੀਂ ਹੁੰਦਾ। ਆਮ ਵਿਅਕਤੀ ਧਰਤੀ ਨਾਲ ਜੁੜੇ ਹੁੰਦੇ ਨੇ। ਉਹਨਾਂ ਨੂੰ ਆਪਣੀ ਰਹਿਤਲ ਤੇ ਆਪਣੀ ਵਿਰਾਸਤ ਤੇ ਨਾਜ਼ ਹੁੰਦਾ ਹੈ, ਜਦਕਿ ਖਾਸ ਵਿਅਕਤੀ ਲਈ ਆਪਣੇ ਵਿਰਸੇ ਦੇ ਕੋਈ ਅਰਥ ਨਹੀਂ ਹੁੰਦੇ। ਉਹਨਾਂ ਲਈ ਵਿਅਕਤੀ ਵਿਸ਼ੇਸ਼ ਬਣ ਕੇ ਜੀਣਾ ਹੀ ਜ਼ਿੰਦਗੀ ਹੁੰਦਾ ਹੈ। ਆਮ ਵਿਅਕਤੀ ਖਾਸ ਤਾਂ ਬਣ ਜਾਂਦਾ ਹੈ, ਪਰ ਕਈ ਵਾਰ ਖਾਸ ਵਿਅਕਤੀ ਲਈ ਆਮ ਵਿਅਕਤੀ ਬਣਨਾ ਮੁਹਾਲ ਹੋ ਜਾਂਦਾ ਹੈ। ਉਹਨਾਂ ਦੀ ਹਉਮੈ ਉਹਨਾਂ ਨੂੰ ਆਮ ਵਿਅਕਤੀ ਬਣਨ ਤੋਂ ਵਰਜਦੀ ਹੈ। ਜਦ ਆਮ ਵਿਅਕਤੀ ਖਾਸ ਬਣਨ ਦਾ ਭਰਮ ਪਾਲਦਾ ਹੈ ਤਾਂ ਉਹਦੀ ਸੋਚ ਦੇ ਦਾਇਰੇ ਸਿਮਟ ਜਾਂਦੇ ਨੇ। ਉਹਦੀ ਕਰਮ ਸ਼ੈਲੀ 'ਚ ਨਿੱਜ ਭਾਰੂ ਹੁੰਦਾ ਹੈ। ਉਹਦੀ ਭਾਵਨਾ 'ਚੋਂ ਕਿਸੇ ਦੀ ਭਾਵਨਾ ਦੀ ਕਦਰ ਮਨਫੀ ਹੋ ਜਾਂਦੀ ਹੈ ਤੇ ਉਹ ਆਪਣੇ ਆਪ ਨੂੰ ਹੀ ਸਰਵਕਲਾ ਸਮਰੱਥ ਬਣ ਬਹਿੰਦਾ ਹੈ। ਆਮ ਤੋਂ ਖਾਸ ਬਣੇ ਵਿਅਕਤੀ ਸਮਾਜ ਲਈ ਸਭ ਤੋਂ ਵੱਡੀ ਤਰਾਸਦੀ, ਸਮਾਜ ਦੀ ਕੁੱਖ 'ਚ ਪਣਪ ਰਹੀ ਸਿਉਂਕ, ਸਮਾਜ ਦੀ ਮੌਜੂਦਾ ਅਧੋਗਤੀ ਲਈ ਆਮ ਤੋਂ ਖਾਸ ਬਣੇ ਵਿਅਕਤੀ ਹੀ ਜ਼ਿੰਮੇਵਾਰ। ਇਹ ਵਿਅਕਤੀ ਅੱਜ ਕੱਲ੍ਹ ਹਰ ਖੇਤਰ ਵਿੱਚ ਹੀ ਮੋਹਰੀ ਨੇ, ਭਾਵੇਂ ਰਾਜਨੀਤਿਕ, ਧਾਰਮਿਕ ਜਾਂ ਸਮਾਜਿਕ ਖੇਤਰ ਹੋਏ। ਸਾਡੇ ਤਾਣੇ ਬਾਣੇ 'ਚ ਪੈ ਰਹੇ ਲੰਗਾਰ, ਸਾਡੀ ਆਰਥਿਕਤਾ ਵਿੱਚ ਆ ਰਿਹਾ ਨਿਗਾਰ ਤੇ ਸਾਡੀ ਮਾਨਸਿਕਤਾ 'ਚ ਪਣਪ ਰਿਹਾ ਉਲਾਰ ਅਜਿਹੇ ਲੋਕਾਂ ਦੀ ਬਦੌਲਤ ਹੈ। ਜਦ ਰਾਜਨੀਤੀ ਚੋਰਾਂ, ਠੱਗਾਂ ਤੇ ਮਾਫੀਏ ਦੇ ਹੱਥ ਆ ਜਾਏ, ਧਰਮ ਨੂੰ ਕੱਚ ਘੜੇ ਪ੍ਰਚਾਰਕਾਂ ਦੀ ਝੋਲੀ 'ਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਏ, ਜਾਂ ਸਮਾਜਿਕ ਕੁਕਰਮਾਂ ਦੇ ਲੰਬੜਦਾਰ ਦੀ ਹੀ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਦਾ ਹੋਕਾ ਦੇਣ, ਤਾਂ ਕਿਵੇਂ ਬਚ ਸਕਦੀ ਏ ਸਮਾਜਿਕ ਰਹਿਤਲ। ਆਮ ਵਿਅਕਤੀ ਆਪਣੀ ਲਗਨ ਨਾਲ ਖਾਸ ਵਿਅਕਤੀ ਬਣ ਕੇ ਵੀ ਸਦਾ ਆਮ ਰਹਿੰਦੇ ਨੇ, ਕਿਉਂਕਿ ਉਹ ਆਪਣੀ ਮਿੱਟੀ ਨਾਲ ਜੁੜੇ ਰਹਿੰਦੇ ਨੇ ਤੇ ਉਹਨਾਂ ਨੂੰ ਆਪਣੀ ਔਕਾਤ ਤੇ ਮਾਣ ਹੁੰਦਾ ਹੈ। ਉਹ ਆਪਣੇ ਰਹਿਤਲ ਨੂੰ ਮਾਣ ਕੇ ਆਪਣੇ ਪਿੰਡ ਦੀ ਜੂਹ 'ਚ ਜਾ ਕੇ ਜਾਂ ਪਿੰਡ 'ਚ ਰਹਿੰਦੇ ਆਪਣੇ ਸਕੂਲੀ ਸਾਥੀਆਂ ਨਾਲ ਵਿਚਰਦਿਆਂ ਵੀ ਸਹਿਜ ਰਹਿੰਦੇ ਨੇ। ਮੇਰਾ ਦੋਸਤ DCA ਸਵੇਰੇ ਸ਼ਾਮ ਆਪਣੇ ਦੋਸਤਾਂ ਨਾਲ ਯੂਨੀਵਰਸਿਟੀ ਦੀ ਗਰਾਊਂਡ 'ਚ ਸੈਰ ਕਰਦਾ ਹੈ। ਹਰ ਵਿਅਕਤੀ ਜਾਂ ਖਿਡਾਰੀ ਨੂੰ ਆਪਣੱਤ ਨਾਲ ਮਿਲਦਾ ਹੈ। ਆਮ ਵਿਅਕਤੀਆਂ 'ਚ ਵਿਚਰਦਿਆਂ ਉਹਨੂੰ ਆਮ ਵਿਅਕਤੀਆਂ ਦੀਆਂ ਮੁਸ਼ਕਲਾਂ ਜਾਂ ਪਰੇਸ਼ਾਨੀਆਂ ਦਾ ਅਹਿਸਾਸ ਰਹਿੰਦਾ ਹੈ ਤੇ ਇਹ ਅਹਿਸਾਸ ਉਹਦੀ ਕਾਰਜਸ਼ੈਲੀ 'ਚ ਹਰਦਮ ਭਰਿਆ ਰਹਿੰਦਾ ਹੈ। ਉਹਨੂੰ ਇੰਡੀਆ ਦੇ ਟੌਪ 20 ਵਜੋਂ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਿਆ ਹੈ, ਪਰ ਉਹ ਬਹੁਤ ਸਹਿਜ ਰਹਿੰਦਾ ਹੈ। ਘਰ 'ਚ ਨਾ ਤਾਂ ਅਰਦਲੀਆਂ ਦੀ ਭੀੜ ਹੈ ਤੇ ਨਾ ਹੀ ਕਿਸੇ ਨੂੰ ਵਿਸ਼ੇਸ਼ ਆਗਿਆ ਲੈ ਕੇ ਮਿਲਣ ਆਉਣਾ ਪੈਂਦਾ ਹੈ। ਉਹ ਖਾਸ ਹੁੰਦਿਆਂ ਵੀ ਆਮ ਹੈ। ਅਜਿਹੇ ਵਿਅਕਤਿਤਵ ਦੇ ਲੋਕ ਹੀ ਮਾਨਵਤਾ ਦਾ ਮਾਣ ਹੁੰਦੇ ਨੇ। ਖਾਸ ਵਿਅਕਤੀ ਜਦੋਂ ਆਮ ਵਿਅਕਤੀ ਬਣ ਜਾਏ ਤਾਂ ਮਾਨਵੀ ਸੰਵੇਦਨਾ ਦੇ ਮੁਖੜੇ ਤੇ ਸੁਰਖ ਭਾਵ ਉਮੜਦੀ ਏ। ਉਹ ਹਰ ਵਿਅਕਤੀ ਨੂੰ ਪਿਆਰਾ ਲੱਗਦਾ ਹੈ ਤੇ ਜਾਪਦਾ ਹੈ ਕਿ ਉਹ ਇੱਕ ਉਹ ਕੋਈ ਆਪਣੇ ਵਿੱਚੋਂ ਆਪਣਾ ਹੀ ਹੈ। ਮੋਹ ਨਾਲ ਭਰੇ ਹੋਏ ਲੋਕ ਹੀ ਖਾਸ ਬਣ ਕੇ ਆਮ ਰਹਿ ਸਕਦੇ ਨੇ। ਕੁਝ ਆਮ ਵਿਅਕਤੀ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਖਾਸ ਕੁਹਾਣ ਵਿੱਚ ਤੇ ਲੱਗਣ ਵਿੱਚ ਫੋਕੀ ਸ਼ੋਹਰਤ ਮਾਨਣ ਦਾ ਭਰਮ ਪੈ ਜਾਂਦਾ ਹੈ ਤੇ ਉਹ ਚਾਹੁੰਦੇ ਨੇ ਹਰ ਕੋਈ ਉਹਨੂੰ ਵਿਸ਼ੇਸ਼ ਵਿਅਕਤੀ ਨਾਲ ਸੰਬੋਧਿਤ ਕਰੇ। ਅਜਿਹੇ ਖਾਸ ਲੱਗਣ ਵਾਲੇ ਵਿਅਕਤੀਆਂ ਨੂੰ ਆਮ ਕਹਿਣ ਨਾਲੋਂ ਬਹੁਤ ਜ਼ਿਆਦਾ ਪੀੜਤ ਹੋ ਜਾਂਦੇ ਨੇ ਤੇ ਉਹਨਾਂ ਦੀ ਪੀੜ ਉਹਨਾਂ ਦੇ ਬੋਲਾਂ ਤੇ ਕਾਰਜ ਵਿੱਚੋਂ ਸਪਸ਼ਟ ਦੇਖੀ ਜਾ ਸਕਦੀ ਹੈ। ਜੀਵਨ ਦੀ ਸਾਧਨਾ ਨੂੰ ਕਮਾਉਣ ਵਾਲੇ ਲੋਕਾਂ ਲਈ ਆਮ ਖਾਸ ਸ਼ਬਦਾਂ ਦਾ ਕੋਈ ਅਰਥ ਨਹੀਂ ਹੁੰਦਾ। ਉਹ ਸਿਰਫ ਵਿਅਕਤੀ ਹੁੰਦੇ ਨੇ, ਹੱਡ ਮਾਸ ਤੇ ਪੁਤਲੇ, ਭਾਵਨਾਵਾਂ ਦੀ ਵਹਿੰਦੀ ਸੁੱਚੀ ਗੰਗਾ ਜਿਹਦੀ ਨਿਰਮਲ ਧਾਰਾ ਚੋਂ ਗਿਰਦੇ 'ਚ ਹਰਿਆਲੀ ਦਾ ਨਿਉਂਦਾ ਬਣਦੀ ਏ। ਮੇਰਾ ਪ੍ਰੋਫੈਸਰ ਸੀ, ਆਪਣੇ ਰੰਗ 'ਚ ਰਹਿਣ ਵਾਲਾ, ਫਕਰਤਾ ਵਿੱਚੋਂ ਆਪਣੇ ਆਪ ਨੂੰ ਪਛਾਣਨ ਵਾਲਾ, ਵਿਦਿਆਰਥੀਆਂ ਦਾ ਸਭ ਤੋਂ ਹਰਦਿਲ ਅਜ਼ੀਜ਼, ਕੁੜਤੇ ਪਜਾਮੇ 'ਚ ਰਹਿਣ ਵਾਲੇ ਉਸ ਪ੍ਰੋਫੈਸਰ ਦਾ ਕਹਿਣਾ ਸੀ ਕਿ ਜੋ ਮੈਨੂੰ ਜਾਣਦੇ ਹੈ ਉਹਨਾਂ ਲਈ ਮੈਂ ਖਾਸ ਹਾਂ, ਜਿਹੜੇ ਨਹੀਂ ਜਾਣਦੇ ਉਹਨਾਂ ਲਈ ਮੈਂ ਆਮ ਹਾਂ, ਪਰ ਮੈਂ ਦੋਨਾਂ ਵਿੱਚੋਂ ਕੁਝ ਵੀ ਨਹੀਂ ਹਾਂ। ਮੈਂ ਤਾਂ ਸਿਰਫ ਇੱਕ ਆਦਮ ਜਾਇਆ ਜੀਵਨ ਪੈੜਾਂ ਦਾ ਰਾਹੀ, ਜਿਨ੍ਹਾਂ ਦੇ ਨਕਸ਼ ਮੇਰੇ ਨਾਲ ਹੀ ਧੂੜ 'ਚ ਗੁਆਚ ਜਾਣਗੇ।
ਖਾਸ ਤੋਂ ਆਮ ਬਣੇ ਵਿਅਕਤੀ ਨਿਮਰਤਾ ਦੀ ਮੂਰਤ, ਕਰਮਯੋਗੀ, ਜੀਵਨ ਦੀਆਂ ਸੁੱਚੀਆਂ ਕਦਰਾਂ ਕੀਮਤਾਂ ਦੇ ਅਲੰਬਰਦਾਰ, ਜੀਵਨ ਨੂੰ ਸੱਚੇ ਰੂਪ 'ਚ ਪਰਿਭਾਸ਼ਿਤ ਕਰਨ ਲਈ ਆਸਵੰਦ, ਗਰੀਬਾਂ ਬੇਸਹਾਰਿਆਂ ਦੀ ਆਸਥਾ, ਭੁੱਖੇ ਲਈ ਟੁੱਕਰ ਤੇ ਅਗਿਆਨੀ ਲਈ ਗਿਆਨ ਦਾ ਦੀਪਕ ਜਗਾਉਣ ਵਾਲੇ, ਰਾਹਾਂ 'ਚ ਰੌਸ਼ਨੀ ਤਰੌਂਕਦੇ ਤੇ ਸ਼ੁਭ ਕਰਮਨ ਦਾ ਸੁੱਚਾ ਇਤਿਹਾਸ। ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਬਲਬੀਰ ਸਿੰਘ ਸੀਚੇਵਾਲ, ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਜਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਦਿ ਵਰਗੇ ਕੁਝ ਲੋਕ ਹੀ ਵਿਸ਼ੇਸ਼ ਹੁੰਦਿਆਂ ਵੀ ਆਮ ਹੁੰਦੇ ਨੇ। ਪਰ ਯਾਦ ਰੱਖਣਾ, ਸਭ ਤੋਂ ਤੇ ਵਿਰਲੇ ਹੀ ਅਜਿਹੇ ਰਾਹਾਂ ਦੇ ਮੁਸਾਫਰ ਬਣਨ ਦਾ ਹੀਆ ਕਰਦੇ ਨੇ। ਬਹੁਤ ਘੱਟ ਲੋਕਾਂ ਦੇ ਮਨਾਂ 'ਚ ਆਮ ਵਿਅਕਤੀ ਬਣਨ ਦੀ ਲੋਚਾ ਹੁੰਦੀ ਹੈ। ਬਹੁਤੇ ਤਾਂ ਖਾਸ ਵਿਅਕਤੀ ਬਣਨ ਲਈ ਹਰ ਯੋਗ ਅਯੋਗ ਢੰਗ ਵਰਤੀਂਦੇ ਨੇ। ਉਹਨਾਂ ਲਈ ਜ਼ਿੰਦਗੀ ਦਾ ਅਰਥ ਸਿਰਫ ਖਾਸ ਵਿਅਕਤੀ ਬਣ ਕੇ ਹੀ ਜੀਣਾ ਹੁੰਦਾ ਹੈ। ਆਮ ਵਿਅਕਤੀ ਨਾਲ ਉਹਨਾਂ ਨੂੰ ਕੋਫਤ ਹੁੰਦੀ ਹੈ। ਅਜਿਹੇ ਵਿਅਕਤੀ ਧਰਤੀ ਤੇ ਭਾਰ ਹੁੰਦੇ ਨੇ ਤੇ ਧਰਤੀ ਚਾਹੁੰਦਿਆਂ ਹੋਇਆਂ ਵੀ ਇਹਨਾਂ ਤੋਂ ਮੁਕਤ ਨਹੀਂ ਹੋ ਸਕਦੀ। ਹਰ ਕੋਈ ਖਾਸ ਬਣਨ ਦੀ ਦੌੜ ਵਿੱਚ ਮਸਰੂਫ। ਆਓ ਆਮ ਵਿਅਕਤੀ ਬਣਨ ਦੀ ਕੋਸ਼ਿਸ਼ ਕਰੀਏ, ਜਿਸ ਵਿੱਚ ਉਹ ਖਾਸ ਵਿਅਕਤੀ ਵਾਲੀ ਖੁਸ਼ਬੂ ਆਵੇ, ਉਹਦਾ ਸਾਥ ਆਪਣੇ ਸਹਿਕਰਮੀਆਂ ਦੀ ਰੂਹ ਨਸ਼ਿਆਵੇ ਤੇ ਤੁਹਾਡੀ ਕਰਮ ਸ਼ੈਲੀ ਲੋਕਾਂ ਦਾ ਜੀਵਨ ਦਰਸ਼ਨ ਬਣ ਜਾਵੇ। ਤੁਸੀਂ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹੋਗੇ, ਤੁਹਾਡੇ ਕਰਮ ਹੀ ਤੁਹਾਡਾ ਵਿਖਿਆਨ ਹੋਣਗੇ। ਖਾਸ ਤੋਂ ਆਮ ਬਣਨਾ ਬਿਖੜੇ ਰਾਹਾਂ ਦੀ ਦਾਸਤਾਂ, ਜੀਵਨ ਦੀਆਂ ਸੰਦਲੀ ਬਹਾਰਾਂ ਦੀ ਦਸਤਕ, ਜਿਸ 'ਚ ਸਾਹ ਲੈਂਦਿਆਂ ਮਾਨਵ ਨੇ ਆਪਣੇ ਆਪ ਨੂੰ ਵਿਸਥਾਰਨ ਤੇ ਨਿਹਾਰਨਾ ਹੈ। ਕਾਮਨਾ ਹੈ ਕਿ ਤੁਹਾਡੇ ਕਦਮਾਂ ਨੂੰ ਅਜਿਹੇ ਰਾਹਾਂ ਦੀ ਮਿਕਨਾਤੀਸੀ ਛੋਹ ਨਸੀਬ ਹੋਵੇ। ਧੰਨਵਾਦ। ਅਗਲਾ ਲੇਖ ਹੈ, ਤੁਰਨਾ ਹੀ ਜ਼ਿੰਦਗੀ ਹੈ। ਤੁਰਨ ਵਾਲੇ ਲੋਕ ਕਦੇ ਥੱਕਦੇ ਨਹੀਂ। ਉਹਨਾਂ ਦੇ ਪੈਰਾਂ 'ਚ ਰਾਹਾਂ ਦੀ ਰਵਾਨਗੀ ਹੁੰਦੀ ਹੈ, ਕਦਮਾਂ 'ਚ ਮੰਜ਼ਿਲਾਂ 'ਤੇ ਪਹੁੰਚਣ ਦੀ ਤਮੰਨਾ ਤੇ ਮਸਤਕ ਵਿੱਚ ਕੁਝ ਨਰੋਆ ਸਿਰਜਣ ਦੀ ਚਾਹਨਾ। ਸਦੀਵੀ ਮਾਰਗ ਦਰਸ਼ਨਾ ਉਹਨਾਂ ਦੀ ਕਾਮਨਾ ਤੇ ਨਵੀਆਂ ਬੁਲੰਦੀਆਂ 'ਤੇ ਪਹੁੰਚਣਾ ਉਹਨਾਂ ਦੀ ਕਰਮ ਜਾਚਣਾ। ਤੁਰਨ ਵਾਲੇ ਕਦੇ ਰੁਕਦੇ ਨਹੀਂ। ਰੁਕਣਾ ਆਪਣੇ ਆਪ ਕੋਲੋਂ ਹਾਰ ਜਾਣਾ। ਆਪਣੀ ਨਰੋਈ ਸੋਚ 'ਚ ਪੈਦਾ ਹੋਇਆ ਧੁੰਦਲਕਾ, ਮਸਤਕ ਚਿਰਾਗ ਦਾ ਹਟਕੋਰਾ, ਸੁੱਕੀ ਬੱਤੀ ਦਾ ਰਾਖ ਹੋਣਾ ਤੇ ਆਪਣੀ ਔਧ ਦਾ ਆਖਰੀ ਸਵਾਸ ਬਣ ਜਾਣਾ। ਭਲਾ ਰੁਕਣ ਵਾਲੇ ਕਿੰਜ ਕਰਨਗੇ? ਆਪਣੀ ਮੰਜ਼ਿਲ 'ਤੇ ਪਹੁੰਚਣ ਦਾ ਕਿਆਸ ਤੇ ਉਹਨਾਂ ਦੇ ਵਿਹੜਿਆਂ 'ਚੋਂ ਹਮੇਸ਼ਾ ਲੋਪ ਹੁੰਦਾ ਹੈ ਹੁਲਾਸ ਤੇ ਆਖਰੀ ਸਾਹਾਂ 'ਤੇ ਹੁੰਦੀ ਹੈ ਜਿਉਣ ਦੀ ਆਸ। ਕੁਝ ਲੋਕ ਨਾ ਤੁਰਨ ਦਾ ਸਿਰਫ ਬਹਾਨਾ ਭਾਲਦੇ। ਉਹਨਾਂ ਨੂੰ ਰਾਹਾਂ ਦਾ ਪੈਂਡਾ ਡਰਾਉਂਦਾ, ਮੁਸ਼ਕਲਾਂ ਦਾ ਹਊਆ ਸਾਹ ਸਿਕਾਉਂਦਾ ਤੇ ਥਕਾਵਟ ਦਾ ਡਰ ਉਹਨਾਂ ਦੀ ਮੰਜ਼ਿਲ ਪ੍ਰਾਪਤੀ ਦੀ ਪੀੜਾ ਵਧਾਉਂਦਾ। ਤੁਰਨ ਵਾਲੇ ਲੋਕ ਕਦੇ ਬਹਾਨਿਆਂ ਦੀ ਓਟ ਨਹੀਂ ਲੈਂਦੇ ਤੇ ਨਾ ਹੀ ਉਹਨਾਂ ਦੇ ਮਸਤਕ ਚਿਰਾਗਾਂ 'ਚ ਜਗਦੀ ਜੋਤ ਦੀ ਲੋ ਮੱਧਮ ਪੈਂਦੀ ਹੈ। ਜਾਗਦੇ ਮਸਤਕ ਵਾਲੇ ਲੋਕ ਸਮਿਆਂ ਦੀ ਤਕਦੀਰ ਤੇ ਉਹਨਾਂ ਦੇ ਕਰਮਾਂ 'ਚ ਮਾਨਵ ਦੀ ਸੁਰਖ ਤਸਵੀਰ। ਰਾਹ ਆਪਣੇ ਆਪ ਨਹੀਂ ਬਣਦੇ, ਇਹਨੂੰ ਸਿਰਜਣ ਲਈ ਉਚੇਚ ਕਰਨਾ ਪੈਂਦਾ ਹੈ। ਕੁਝ ਕਰਨ ਦੀ ਤਮੰਨਾ ਵਾਲੇ ਹੀ ਕੁਝ ਸਾਰਥਿਕ ਕਰਨ ਦਾ ਸਬੱਬ ਸਿਰਜਦੇ ਨੇ। ਬੱਚਾ ਰਿੜਦਾ ਹੈ, ਫਿਰ ਕਦੇ ਖੜਦਾ, ਕਦੇ ਡਿੱਗਦਾ ਹੈ, ਪਰ ਉਹ ਆਪਣੀ ਕੋਸ਼ਿਸ਼ ਜਾਰੀ ਰੱਖਦਾ ਹੈ। ਕਦਮ ਦਰ ਕਦਮ ਤੁਰਦਾ, ਡਗਮਗਾਉਂਦਾ, ਹੌਲੀ ਹੌਲੀ ਉਹ ਸਾਬਤ ਕਦਮੀ ਤੁਰਨ ਲੱਗ ਪੈਂਦਾ ਹੈ। ਉਹਦੀ ਸੋਚ ਵਿੱਚ ਤੁਰਨ ਦਾ ਫੁਰਨਾ ਕੁਦਰਤ ਦੀ ਦੇਣ ਤੇ ਮਾਪਿਆਂ ਤੇ ਵੱਡਿਆਂ ਦੀ ਹੱਲਾਸ਼ੇਰੀ ਉਹਦੀ ਹਿੰਮਤ ਬਣਦੀ ਹੈ। ਉਹ ਨਿੱਕੇ ਨਿੱਕੇ ਕਦਮਾਂ ਨਾਲ ਨਿੱਕੀਆਂ ਨਿੱਕੀਆਂ ਮੰਜ਼ਿਲਾਂ ਦਾ ਵੱਡਾ ਰਾਹੀ ਬਣ ਜਾਂਦਾ ਹੈ। ਉਹਦੀ ਸੋਚ ਤੇ ਸੁਪਨੇ ਭਵਿੱਖ ਦੇ ਨਰੋਏ ਨਕਸ਼ਾਂ ਦੀ ਨਿਸ਼ਾਨਦੇਹੀ ਕਰਦੇ ਨੇ। ਨਾ ਤੁਰਨ ਨਾਲੋਂ ਤੁਰਨ ਲਈ ਹੰਭਲਾ ਮਾਰਨਾ ਨਿੱਗਰ ਸੋਚ ਦਾ ਪ੍ਰਤੀਕ। ਆਪਣੇ ਆਪ ਨੂੰ ਨਵੇਂ ਦਿਸਹੱਦਿਆਂ ਦਾ ਹਾਣੀ ਬਣਾਉਣ ਦੀ ਤੌਫੀਕ ਤੇ ਫਿਰ ਸਿਰਜੀ ਜਾਂਦੀ ਏ ਸੁਪਨਿਆਂ ਦੀ ਸੰਪੂਰਨਤਾ ਦੀ ਤਵਾਰੀਖ। ਸਾਡੇ ਹੀ ਸਮਿਆਂ ਦਾ ਇਹ ਕਿਹਾ ਵਿਰਦ ਏ ਕਿ ਸਾਡੀ ਨਾਵਾਚਕ ਸੋਚ ਸਾਡੇ ਕਦਮਾਂ ਦਾ ਬਣ ਬੈਠੀ ਏ ਸਰਾਪ। ਆਪਣੜੇ ਹੱਥੀਂ ਸਿਰਜਦੀਆਂ ਆਪਣੇ ਲੇਖਾਂ 'ਚ ਸੰਤਾਪ ਤੇ ਸਾਡੇ ਹਰ ਕਰਮ 'ਚ ਪਨਪਦਾਏ ਪਾਪ। ਅਸੀਂ ਸਿਰਫ ਬਹਾਨੇ ਭਾਲਦੇ ਹਾਂ। ਸਾਡੀ ਸੋਚ, ਸਾਡੀ ਕਰਮ ਸ਼ੈਲੀ ਤੇ ਸਾਡਾ ਵਤੀਰਾ ਹੀ ਬਣ ਜਾਂਦਾ ਹੈ ਸਾਡੀਆਂ ਖਾਮੀਆਂ। ਸਾਡੇ ਗੁਨਾਹਾਂ ਦੀ ਤਫਸੀਲ ਇੰਨੀ ਵੱਡੀ ਹੈ ਕਿ ਅਸੀਂ ਆਪਣੇ ਆਪ ਤੋਂ ਹੀ ਮੁਨਕਰ ਹੋ ਕੇ ਕਿੰਨਾ ਕੁ ਜੀ ਸਕਾਂਗੇ। ਕੁਝ ਲੋਕ ਜਿਉਣ ਲਈ ਰਿਟਾਇਰ ਹੁੰਦੇ ਨੇ, ਪਰ ਕੁਝ ਲੋਕ ਜਿਉਂਦੇ ਹੀ ਰਿਟਾਇਰ ਹੋਣ ਲਈ ਨੇ। ਉਹ ਆਪਣੇ ਆਪ ਤੋਂ ਹੀ ਰਿਟਾਇਰ ਨਹੀਂ ਹੁੰਦੇ, ਉਹ ਸਮਾਜ ਦੀ ਦੁੱਖ ਦੀ ਅੱਖ ਵੀ ਹੁੰਦੇ ਨੇ। ਪਰ ਤੁਰਨ ਵਾਲੇ ਲੋਕ ਕਦੇ ਵੀ ਰਿਟਾਇਰ ਨਹੀਂ ਹੁੰਦੇ। ਰਿਟਾਇਰ ਹੋਣਾ ਜ਼ਿੰਦਗੀ ਤੋਂ ਹਾਰ, ਆਪਣੇ ਆਪ ਤੋਂ ਹਾਰ ਤੇ ਉਹ ਬਿਮਾਰ ਮਾਨਸਿਕਤਾ ਦਾ ਬੋਝ ਢੋਂਦੇ ਨੇ।
ਤੁਰਨ ਦਾ ਜੇਰਾ ਰੱਖਣ ਲਈ ਮਜ਼ਬੂਤ ਇਰਾਦੇ ਤੇ ਬੁਲੰਦ ਹੌਸਲੇ ਬਾਹੂਬਲ ਬਣਾਉਣੇ ਪੈਂਦੇ। ਰਾਹਾਂ ਦੀ ਮੁਸ਼ਕਿਲਾਂ ਤੁੱਛ ਜਾਪਦੀਆਂ, ਪੈਰਾਂ 'ਚ ਬਿਖਰੇ ਕੰਡੇ ਫੁੱਲਾਂ ਦਾ ਵਿਛਾਉਣਾ ਜਾਪਦੇ ਤੇ ਲੰਮੇ ਪੈਂਡੇ ਕਦਮਾਂ ਲਈ ਵਰਦਾਨ ਲੱਗਦੇ। ਉਹ ਤੁਰਦੇ ਤੁਰਦੇ ਨਵੇਂ ਮੀਲ ਪੱਥਰ ਸਥਾਪਿਤ ਕਰਦੇ, ਨਵੀਆਂ ਬੁਲੰਦੀਆਂ ਦਾ ਸਿਖਰ ਛੂੰਹਦੇ ਤੇ ਪਗਡੰਡੀਆਂ ਨੂੰ ਰਾਹਾਂ ਦਾ ਨਾਮ ਦਿੰਦੇ। ਤੁਰਨ ਦਾ ਪਹਾੜ ਵਰਗਾ ਜੇਰਾ ਹੀ ਬਾਬੇ ਨਾਨਕ ਦੀਆਂ ਉਦਾਸੀਆਂ 'ਚ 4 ਮਹਾਂਦੀਪਾਂ ਦੀ ਪਰਿਕਰਮਾ ਧਰ ਗਿਆ। ਪ੍ਰਵਾਸੀਆਂ ਨੇ 7 ਸਮੁੰਦਰੋਂ ਆ ਕੇ ਤਰੱਕੀਆਂ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਨੇ। ਬਾਰਾਕ ਓਬਾਮਾ ਵਰਗਾ ਸ਼ਖਸ ਆਪਣੀ ਸਿਰੜ ਸਾਧਨਾ ਨਾਲ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ। ਦੁਨੀਆ ਦੇ ਪ੍ਰਸਿੱਧ ਵਿਅਕਤੀਆਂ ਪਿੱਛੇ ਉਹਨਾਂ ਦੀ ਕੁਝ ਨਵਾਂ ਤੇ ਸਾਰਥਕ ਸਿਰਜਣ ਦੀ ਸੋਚ ਤੇ ਸੁਪਨਾ ਹੀ ਉਹਨਾਂ ਨੂੰ ਨਵੇਂ ਮਾਰਗਾਂ ਦਾ ਪਾਂਧੀ ਬਣਾ ਗਿਆ। ਤੁਰਨਾ ਇੱਕ ਸੁਯੋਗ ਕਰਮ, ਇੱਕ ਮਾਨਵੀ ਧਰਮ, ਜ਼ਿੰਦਗੀ ਦੇ ਸੁੱਚੇ ਹਰਫਾਂ ਦੀ ਤਾਮੀਲ, ਜੀਵਨ ਜਾਚ ਦਾ ਸ਼ੁਭ ਕਰਮਨ, ਆਪਣੇ ਆਪ ਦੀ ਸਮਰੱਥਾ ਜਾਚਣਾ ਤੇ ਸੰਭਾਵਨਾਵਾਂ ਨੂੰ ਮੁਸ਼ਕਿਲ, ਮਿਹਨਤ ਤੇ ਮੁਸ਼ੱਕਤ ਤੇ ਮੁੜਕੇ ਤੋਂ ਉਜਾਗਰ ਕਰਨਾ, ਆਪਣੀ ਤਾਕਤ ਦਾ ਅੰਦਾਜ਼ਾ ਲਾਉਣਾ ਤੇ ਆਪਣੇ ਆਪ ਦੇ ਰੂਬਰੂ ਹੋਣਾ। ਜੇ ਅਸੀਂ ਜੀਵਨ 'ਚ ਕੁਝ ਬਣਨਾ ਚਾਹੁੰਦੇ ਹਾਂ ਤਾਂ ਸਦਾ ਤੁਰਦੇ ਰਹਿਣ ਦਾ ਨਿਯਮ ਸਾਡੀ ਸੋਚ ਦਾ ਹਿੱਸਾ ਹੋਣਾ ਚਾਹੀਦਾ ਹੈ। ਕੁਝ ਨਾ ਕਰਨ ਨਾਲੋਂ ਕੁਝ ਕਰਨ ਵਾਲੇ ਲੋਕ ਹਮੇਸ਼ਾ ਬਿਹਤਰ ਹੁੰਦੇ ਨੇ ਤੇ ਕੁਝ ਨਰੋਆ ਕਰਨ ਵਾਲੇ ਲੋਕ ਬਿਹਤਰੀਨ ਹੁੰਦੇ ਨੇ। ਆਪਣੇ ਪੈਰਾਂ ਤੇ ਸਦਾ ਵਿਸ਼ਵਾਸ ਰੱਖੋ, ਆਪਣੀ ਸਿਰੜ ਨੂੰ ਸਲਾਮ, ਸਿਦਕ ਦੀ ਕਸਵੱਟੀ ਤੇ ਪਰਖੋ ਤੇ ਆਪਣੀ ਔਕਾਤ ਨੂੰ ਪਛਾਣੋ। ਤੁਸੀਂ ਆਪਣੀ ਸਿਰਜਣਾ ਆਪ ਕਰਨ ਦੇ ਸਮਰੱਥ ਹੋ ਸਕੋਗੇ। ਸ਼ਾਲਾ ਸਾਡੇ ਕਦਮਾਂ 'ਚ ਤੁਰਨ ਦਾ ਚਾਅ ਰਹੇ, ਰਾਹਾਂ ਨੂੰ ਸਾਡੀਆਂ ਪੈੜਾਂ ਦੀ ਆਸ ਰਹੇ, ਮੰਜ਼ਿਲਾਂ ਨੂੰ ਸਾਡਾ ਮਾਣ ਬਣਨ ਦਾ ਖਬਤ ਹੋਵੇ। ਉਚੇਰੇ ਦੇ ਸਾਦਿਆਂ ਦੀ ਰੌਸ਼ਨੀ ਸਾਡੇ ਮਸਤਕ ਚਿਰਾਗ ਤੋਂ ਚਾਨਣ ਉਧਾਰਾ ਮੰਗਦੀ ਰਹੇ ਤੇ ਅਸੀਂ ਸਮੇਂ ਦੀ ਸੁੱਚੀ ਕਾਮਨਾ ਦਾ ਸੰਦੇਲਾ ਹਰਫ ਬਣੇ ਰਹੀਏ। ਧੰਨਵਾਦ। ਅਗਲਾ ਲੇਖ ਹੈ ਰੋਲ ਮਾਡਲ ਦੀ ਤਲਾਸ਼। ਰੋਲ ਮਾਡਲ ਜ਼ਿੰਦਗੀ ਦਾ ਨਜ਼ਰੀਆ, ਜੀਵਨ ਸ਼ੈਲੀ ਦਾ ਆਗਾਜ਼, ਜੀਵਨ ਦੀਆਂ ਸੇਧਾਂ, ਸੱਧਰਾਂ ਤੇ ਸਫਲਤਾਵਾਂ ਨੂੰ ਨਿਰਧਾਰਤ ਕਰਨ ਲਈ ਰਾਹ ਦਸੇਰਾ, ਹਨੇਰੇ 'ਚ ਚਾਨਣ ਦੀ ਕਾਤਰ, ਅਣਦਿੱਖ ਮੰਜ਼ਿਲਾਂ ਲਈ ਸਿਰਨਾਵੇਂ ਦੀ ਸੋ ਤੇ ਉੱਜੜ ਰਾਹਾਂ 'ਚ ਪਸਰੀ ਹੋਈ ਸੁਰਖ ਸਵੇਰਿਆਂ ਦੀ ਲੋ, ਪੈਰਾਂ ਦੇ ਨਾਮ ਕੀਤੇ ਜਾਣ ਵਾਲੇ ਸਫ਼ਰ ਦਾ ਸ਼ੁਭ ਆਰੰਭ, ਜੀਵਨ ਮੁੱਲਾਂ ਦਾ ਪ੍ਰਵਚਨ ਤੇ ਸਮਿਆਂ ਦੀ ਵਹੀ ਤੇ ਸੂਰਜਾਂ ਦੀ ਪੈੜ ਚਾਲ। ਰੋਲ ਮਾਡਲ ਰਾਜਨੀਤਿਕ, ਸਮਾਜਿਕ, ਧਾਰਮਿਕ ਜਾਂ ਜੀਵਨ ਦੇ ਕਿਸੇ ਵੀ ਖੇਤਰ ਨਾਲ ਜੁੜੀ ਇੱਕ ਸ਼ਖਸੀਅਤ, ਸੰਸਥਾ ਵਰਗਾ ਵਿਅਕਤਿਤਵ, ਸਮਿਆਂ ਦਾ ਮੁਹਾਂਦਰਾ, ਵਕਤ ਦੀ ਪਛਾਣ, ਕਰਮ ਸਾਧਨਾ ਤੇ ਕਰਮ ਯੋਗਤਾ 'ਚ ਸੁਖਾਵਾਂ ਸੰਤੁਲਨ। ਸਮਾਜ ਵਿੱਚ ਰੋਲ ਮਾਡਲ ਬੇਹੱਦ ਅਹਿਮ, ਸਾਡੀ ਕਰਮ ਸ਼ੈਲੀ ਤੇ ਜੀਵਨ ਜਾਚ ਵਿੱਚ ਇਹਨਾਂ ਦੀ ਅਹਿਮ ਭੂਮਿਕਾ। ਨੌਜਵਾਨ ਆਪਣੇ ਆਲੇ ਦੁਆਲੇ 'ਚੋਂ ਬਹੁਤ ਕੁਝ ਸੁਚੇਤ ਤੇ ਅਚੇਤ ਰੂਪ 'ਚ ਗ੍ਰਹਿਣ ਕਰਦਾ। ਉਹਦੇ ਚੌਗਿਰਦੇ 'ਚ ਹਰ ਵਿਅਕਤੀ ਉਹਨੂੰ ਪ੍ਰਭਾਵਿਤ ਕਰਦਾ। ਸਭ ਤੋਂ ਜ਼ਿਆਦਾ ਅਸਰ ਕਰਨ ਵਾਲਾ ਵਿਅਕਤੀ ਉਹਦੀ ਸਮੁੱਚੀ ਜ਼ਿੰਦਗੀ 'ਚ ਇੱਕ ਰੋਲ ਮਾਡਲ ਬਣ ਜਾਂਦਾ। ਸਭ ਤੋਂ ਪਹਿਲਾ ਰੋਲ ਮਾਡਲ ਹੁੰਦੇ ਨੇ ਮਾਪੇ, ਜਿਨ੍ਹਾਂ ਦੇ ਸਾਥ ਵਿੱਚ ਗੁਜ਼ਾਰਦਾ ਹੈ ਬੱਚਾ ਆਪਣੇ ਜੀਵਨ ਦਾ 3/4 ਹਿੱਸਾ। ਮਾਪਿਆਂ ਦਾ ਘਰ 'ਚ ਵਿਚਰਨਾ, ਗੱਲਬਾਤ, ਰਹਿਣ ਦਾ ਸਲੀਕਾ, ਆਪਸੀ ਬੋਲਚਾਲ ਤੇ ਸਬੰਧਾਂ ਦਾ ਬੱਚੇ ਦੇ ਕੋਰੇ ਮਨ ਤੇ ਬਹੁਤ ਡੂੰਘਾ ਅਸਰ। ਸਖਤ ਮਿਹਨਤ ਤੋਂ ਕੰਨੀ ਕਤਰਾਉਣ ਵਾਲੇ ਮਾਪੇ ਕਿਰਤ ਸਾਧਨਾ ਦਾ ਕਿਹੜਾ ਪਾਠ ਪੜ੍ਹਾਉਣਗੇ? ਝੂਠ ਬੋਲਣ ਵਾਲੇ ਮਾਪੇ ਬੱਚੇ ਕੋਲੋਂ ਸੱਚ ਤੇ ਪਹਿਰਾ ਦੇਣ ਦੀ ਆਸ ਕਿਵੇਂ ਰੱਖਣਗੇ? ਬਜ਼ੁਰਗਾਂ ਦੀ ਬੇਹੁਰਮਤੀ ਕਰਨ ਵਾਲੇ ਮਾਪੇ ਕਿਵੇਂ ਕਿਆਸ ਕਰ ਸਕਦੇ ਨੇ ਕਿ ਉਹਨਾਂ ਦੇ ਬੱਚੇ ਉਹਨਾਂ ਦੇ ਸਰਵਣ ਪੁੱਤਰ ਬਣਨਗੇ? ਆਪਣੇ ਬਜ਼ੁਰਗ ਮਾਪਿਆਂ ਨੂੰ ਬਿਰਧ ਘਰਾਂ 'ਚ ਜੀਵਨ ਦਾ ਆਖਰੀ ਪਹਿਰ ਲੰਘਾਉਣ ਲਈ ਮਜਬੂਰ ਕਰਨ ਵਾਲੇ ਮਾਪਿਆਂ ਨੂੰ ਆਪ ਵੀ ਆਪਣਾ ਆਖਰੀ ਸਮਾਂ ਕਿਸੇ ਬਿਰਧ ਆਸ਼ਰਮ ਦੀਆਂ ਦੀਵਾਰਾਂ ਦੀ ਕੈਦ ਵਿੱਚ ਹੀ ਬਿਤਾਉਣਾ ਪਵੇਗਾ। ਮਾਸੂਮ ਬੱਚੇ ਦੀ ਸੋਚ ਵਿੱਚ ਮੁੱਢਲੇ ਪਲਾਂ ਦਾ ਅਸਰ ਬਹੁਤ ਹੀ ਅਹਿਮ ਹੁੰਦਾ ਹੈ ਤੇ ਸਿਆਣਿਆਂ ਦਾ ਇਹ ਕਹਿਣਾ ਕਿ 10-12 ਸਾਲ ਤੱਕ ਕਿਸੇ ਬੱਚੇ ਦੀ ਸ਼ਖਸੀਅਤ ਦਾ ਆਧਾਰ ਤਿਆਰ ਹੋ ਜਾਂਦਾ ਹੈ ਤੇ ਬਾਅਦ ਵਿੱਚ ਤਾਂ ਉਸ ਆਧਾਰ ਦਾ ਵਿਸਥਾਰ ਹੀ ਹੋਣਾ ਹੁੰਦਾ ਹੈ। ਹੁਣ ਸੋਚਣ ਵਾਲੀ ਗੱਲ ਹੈ ਕਿ ਬੱਚੇ ਦੇ ਬਚਪਨ ਦੇ ਇਹ ਰੋਲ ਮਾਡਲ ਕੀ ਸੰਪੂਰਨ ਰੋਲ ਮਾਡਲ ਬਣਨ ਦੇ ਲਾਇਕ ਹਨ ਕਿ ਨਹੀਂ? ਕੀ ਮਾਪੇ ਬਣਨ ਦੇ ਕਾਬਿਲ ਨੇ? ਕਿ ਉਹਨਾਂ ਨੂੰ ਬੱਚਿਆਂ ਦੀ ਮਾਨਸਿਕ ਤੇ ਭਾਵਨਾਤਮਕ ਲੋੜਾਂ ਦਾ ਅਹਿਸਾਸ ਹੈ? ਕਿ ਉਹਨਾਂ ਨੂੰ ਬੱਚੇ ਦੇ ਵਿਕਾਸ 'ਚ ਆ ਰਹੀਆਂ ਮਹੱਤਵਪੂਰਨ ਤਬਦੀਲੀਆਂ ਨੂੰ ਵਾਚਣ ਤੇ ਉਹਨਾਂ ਨੂੰ ਉਸਾਰੂ ਪਾਸੇ ਲਾਉਣ ਦੀ ਵੇਲ ਹੈ? ਕਿ ਉਹਨਾਂ ਦੀ ਮਸਰੂਫੀਅਤ 'ਚ ਕੁਝ ਪਲ ਆਪਣੇ ਬੱਚਿਆਂ ਲਈ ਰਾਖਵੇਂ ਨੇ?
ਅਫਸੋਸ ਇਸ ਗੱਲ ਦਾ ਹੈ ਕਿ ਜਿਨ੍ਹਾਂ ਕੋਲ ਆਪਣੇ ਆਪ ਲਈ ਹੀ ਵਕਤ ਨਾ ਹੋਵੇ, ਉਸ ਕੋਲ ਆਪਣੇ ਜਾਇਆਂ ਲਈ ਵਕਤ ਕੱਢਣ ਦੀ ਆਸ ਰੱਖਣਾ ਕਿੰਨਾ ਕੁ ਜਾਇਜ਼ ਹੈ। ਆਪਣੇ ਸੋਸ਼ਲ ਆਧਾਰ, ਸਮਾਜਿਕ ਰੁਤਬੇ ਤੇ ਫੱਬਤ ਵੰਨੀ ਰੁਚਿਤ ਰਹਿਣ ਵਾਲੇ ਜਦ ਨੌਕਰਾਂ ਹੱਥੀਂ ਆਪਣੇ ਬੱਚਿਆਂ ਦੀ ਪਰਵਰਿਸ਼ ਸੌਂਪ ਆਪਣੇ ਆਪ ਨੂੰ ਸੁਰਖਰੂ ਮਹਿਸੂਸ ਕਰਨਗੇ ਤਾਂ ਬੱਚਿਆਂ ਲਈ ਨੌਕਰ ਹੀ ਸਭ ਤੋਂ ਨੇੜਲਾ ਰੋਲ ਮਾਡਲ ਬਣ ਕੇ ਉਹਦੀ ਸਮੁੱਚੀ ਸ਼ਖਸੀਅਤ ਨੂੰ ਪ੍ਰਭਾਵਿਤ ਕਰੇਗਾ। ਅਜੋਕੇ ਨੌਜਵਾਨਾਂ ਵਿੱਚ ਮਾਨਸਿਕ ਅਸੰਤੁਲਨ ਤੇ ਵਿਹਾਰਕ ਵਿਗਾੜ ਲਈ ਕਿਸ ਨੂੰ ਕਸੂਰਵਾਰ ਠਹਿਰਾਓਗੇ? ਅਜੋਕੇ ਯੁੱਗ ਦੀ ਸਭ ਤੋਂ ਵੱਡੀ ਤਰਾਸਦੀ ਰੋਲ ਮਾਡਲਾਂ ਦੀ ਅਣਹੋਂਦ। ਸਮਾਜਿਕ, ਰਾਜਨੀਤਿਕ, ਧਾਰਮਿਕ ਜਾਂ ਆਰਥਿਕ ਖੇਤਰ ਵਿੱਚ ਕਿਹਨੂੰ ਕਹੋਗੇ ਰੋਲ ਮਾਡਲ? ਕਿਹੜਾ ਹੈ ਜੋ ਰੋਲ ਮਾਡਲ ਬਣਨ ਦੀਆਂ ਮੁੱਢਲੀਆਂ ਸ਼ਰਤਾਂ ਹੀ ਪੂਰੀਆਂ ਕਰਦਾ ਹੋਵੇ? ਸਾਡੇ ਆਲੇ ਦੁਆਲੇ 'ਚ ਇੱਕ ਬਹੁਤ ਵੱਡਾ ਖਲਾਅ। ਸਮਝ ਨਹੀਂ ਆਉਂਦੀ ਕਿਹਨੂੰ ਰੋਲ ਮਾਡਲ ਕਹੀਏ ਤੇ ਕਿਹਨੂੰ ਸਾਹਮਣੇ ਰੱਖ ਆਪਣੇ ਚਰਿੱਤਰ ਨੂੰ ਵਿਸਥਾਰੀਏ। ਰੋਲ ਘਚੋਲੇ ਵਾਲੀ ਸਥਿਤੀ 'ਚ ਸਭ ਕੁਝ ਰਸਾਤਲ ਵੰਨੀ ਵਹਿ ਰਿਹਾ ਤੇ ਕਿਸੇ ਨੂੰ ਵੀ ਫਿਕਰ ਨਹੀਂ ਕਿ ਅਸੀਂ ਕਿੱਧਰ ਜਾ ਰਹੇ ਹਾਂ। ਕਦੇ ਸਮਾਂ ਸੀ ਸ਼ਹੀਦ ਭਗਤ ਸਿੰਘ ਜੇ ਨੌਜਵਾਨਾਂ ਦੇ ਰੋਲ ਮਾਡਲ ਹੁੰਦੇ ਸਨ। ਡਾਕਟਰ ਮਹਿੰਦਰ ਸਿੰਘ ਰੰਧਾਵਾ ਜਾਂ ਕਿਰਨ ਬੇਦੀ ਵਰਗੇ ਅਫਸਰ ਨੌਜਵਾਨ ਵਰਗ ਦੀ ਸੋਚ ਨੂੰ ਹਲੂਣਦੇ, ਉਹਨਾਂ ਵਰਗੇ ਬਣਨ ਦੀ ਉਤੇਜਨਾ ਮਨਾਂ 'ਚ ਪੈਦਾ ਕਰਦੇ ਸਨ। ਕਦੇ ਹੋਮੀ ਭਾਭਾ, ਕਲਪਨਾ ਚਾਵਲਾ, ਡਾਕਟਰ ਅਬਦੁਲ ਕਲਾਮ ਵਰਗੀਆਂ ਵਿਗਿਆਨਕ ਸ਼ਖਸੀਅਤਾਂ ਵਿਦਿਆਰਥੀਆਂ ਵਿੱਚ ਕੁਝ ਨਵਾਂ ਕਰਕੇ ਆਪਣੇ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਦੀ ਪ੍ਰੇਰਨਾ ਬਣਦੀਆਂ ਸਨ। ਮਿਲਖਾ ਸਿੰਘ, ਪ੍ਰਗਟ ਸਿੰਘ ਆਦਿ ਵਰਗੇ ਖਿਡਾਰੀਆਂ ਦੇ ਪੋਸਟਰ ਹੋਸਟਲਾਂ ਦੇ ਕਮਰਿਆਂ ਦੀਆਂ ਦੀਵਾਰਾਂ ਤੇ ਲੱਗੇ ਹੁੰਦੇ ਸਨ। ਮਹਾਨ ਵਿਅਕਤੀਆਂ ਦੇ ਕਥਨ ਤੇ ਕਾਰਨਾਮਿਆਂ ਦੀਆਂ ਤਸ਼ਬੀਹਾਂ ਤੇ ਤਸਵੀਰਾਂ ਮਾਨਵੀ ਸੋਚ ਨੂੰ ਹਲੂਣਦੀਆਂ, ਭਵਿੱਖ ਮੁਖੀ ਪ੍ਰੇਰਨਾ ਸਰੋਤ ਬਣੀਆਂ ਨਵੀਆਂ ਪੈੜਾਂ ਸਿਰਜਦੀਆਂ ਸਨ। ਹੁਣ ਜਦ ਚਿਕਨੇ ਚਿਹਰਿਆਂ ਵਾਲੇ ਫਿਲਮੀ ਹੀਰੋ ਗਾਇਕੀ ਦੇ ਨਾਮ ਤੇ ਧੱਬਾ ਬਣੇ ਗਾਇਕ, ਨਸ਼ਿਆਂ ਦੇ ਵਪਾਰੀ ਤੇ ਸਮੁੱਚੇ ਦੇਸ਼ ਨੂੰ ਵੇਚਣ ਵਾਲਿਆਂ ਦੇ ਪੋਸਟਰ ਹੋਸਟਲ ਦੀਆਂ ਦੀਵਾਰਾਂ ਤੇ ਲੱਗਦੇ ਨੇ ਤਾਂ ਕੰਧਾਂ ਸ਼ਰਮਸਾਰ ਹੋ ਜਾਂਦੀਆਂ ਨੇ। ਇੱਕ ਰੁਦਨ ਵਿਦਿਅਕ ਅਦਾਰਿਆਂ ਦੀ ਫਿਜ਼ਾ 'ਚ ਫੈਲ ਜਾਂਦਾ ਹੈ। ਨੌਜਵਾਨਾਂ ਦੀ ਸੋਚ ਦੇ ਸਵੈ ਮਾਰੂ ਸੋਚ ਦੇ ਸਫ਼ਰ ਦੀ ਦਾਸਤਾਨ ਸਾਡੇ ਹੀ ਸਮਿਆਂ ਦਾ ਦੁਖਾਂਤ ਹੋਣਾ ਸੀ। ਅਸੀਂ ਕਦੇ ਵੀ ਕਿਆਸਿਆ ਨਹੀਂ ਸੀ। ਸੂਹੇ ਸੂਰਜਾਂ ਨੂੰ ਆਪਣੇ ਮਸਤਕਾਂ 'ਚ ਜਗਾਉਣ ਵਾਲੀ ਪੀੜ੍ਹੀ ਡੁੱਬਦੀਆਂ ਤਰਕਾਲਾਂ ਦੀ ਆਰਤੀ ਉਤਾਰਨ ਲੱਗ ਪਵੇ ਤਾਂ ਦਿਨ ਦਾ ਸਫ਼ਰ ਸ਼ਰਮਸਾਰ ਹੋ ਜਾਂਦਾ ਹੈ। ਵਕਤ ਬਨੇਰਿਆਂ ਤੇ ਜਗਦੇ ਚਿਰਾਗਾਂ ਨੂੰ ਹਟਕੋਰਿਆਂ ਦੀ ਔਧ ਹੰਢਾਉਣ ਲਈ ਮਜਬੂਰ ਕੀਤਾ ਜਾਏ ਤਾਂ ਚਾਨਣ ਖੁਦਕੁਸ਼ੀ ਕਰਦੇ ਨੇ। ਜਦ ਕਰਮ ਸਾਧਨਾਂ ਨੂੰ ਕਰਮਹੀਣਤਾ ਦਾ ਸਰਾਪ ਦੇ ਦਿੱਤਾ ਜਾਏ ਤਾਂ ਕਰਮ ਯੋਗਤਾ ਦੀ ਤਲੀ ਤੇ ਸਿਰਫ ਹੌਕਿਆਂ ਦੀ ਫਸਲ ਹੀ ਉਗਦੀ ਹੈ। ਰੋਲ ਮਾਡਲਾਂ ਦੀ ਅਣਹੋਂਦ ਸਾਡੀ ਸਭ ਤੋਂ ਵੱਡੀ ਫਿਕਰਮੰਦੀ ਹੈ। ਕਿੱਧਰ ਤੁਰ ਗਏ ਨੇ ਸਾਡੇ ਰੋਲ ਮਾਡਲ? ਕਿਹੜੀਆਂ ਰਾਹਾਂ ਨੇ ਖਾ ਲਏ ਨੇ ਨਵੇਂ ਦਿਸਾਦਿਆਂ ਦੇ ਸਿਰਜਣਹਾਰੇ? ਕੌਣ ਨੇ ਜਿਹੜੇ ਰੋਲ ਮਾਡਲਾਂ ਦੀ ਨਸਲਕੁਸ਼ੀ ਕਰਨ ਲਈ ਕਸੂਰਵਾਰ ਨੇ? ਕਿਹੜੇ ਨੇ ਉਹ ਅਦਿੱਖ ਹੱਥ ਜਿਨ੍ਹਾਂ ਨੇ ਨੌਜਵਾਨਾਂ ਦੀ ਤਕਦੀਰ ਦੀ ਸੰਘੀ ਨੂੰ ਨੱਪਿਆ ਹੋਇਆ ਹੈ? ਕਿਹੜੀ ਵਿਵਸਥਾ ਹੈ ਜਿਹਨੂੰ ਸਾਰੂ ਰੋਲ ਮਾਡਲਾਂ ਦੀ ਹੋਂਦ ਚੁੱਭਦੀ ਹੈ? ਕਿਹੜੀਆਂ ਉਹ ਚਾਲਾਂ ਨੇ ਜੋ ਸਾਡੀ ਜਵਾਨੀ ਨੂੰ ਨਿਗਲ ਜਾਣ ਲਈ ਚਲੀਆਂ ਜਾ ਰਹੀਆਂ ਨੇ? ਕੌਣ ਨੇ ਉਹ ਮੋਹਰੇ ਜਿਨ੍ਹਾਂ ਦੀ ਹਰ ਚਾਲ ਸਾਡੀਆਂ ਹੀ ਹੋਣੀਆਂ ਦਾ ਵਰਕਾ ਬਣਦੀ ਹੈ? ਕੀ ਅਸੀਂ ਚੌਤਰਫਾ ਹੋ ਰਹੇ ਹਮਲਿਆਂ ਤੋਂ ਸੁਚੇਤ ਹਾਂ? ਕੀ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਮਹਿਫੂਜ਼ ਰੱਖ ਰਹੇ ਹਾਂ? ਕੀ ਸਾਡੀ ਹੋਂਦ ਨੂੰ ਸਦੀ ਵੀ ਮਿਟਾਉਣ ਲਈ ਤਾਂ ਨਹੀਂ ਅਛੋਪਲੇ ਜਿਹੇ ਬਹੁਮੁਖੀ ਹਮਲੇ ਹੋ ਰਹੇ? ਦਰਅਸਲ ਸੋਚਣ ਵਾਲੀ ਗੱਲ ਇਹ ਹੈ ਕਿ ਨੌਜਵਾਨਾਂ ਲਈ ਕੀ ਪਰੋਸਿਆ ਜਾ ਰਿਹਾ ਹੈ। ਟੀਵੀ, ਅਖਬਾਰ, ਮੀਡੀਆ, ਇੰਟਰਨੈਟ ਰਾਹੀਂ ਨੌਜਵਾਨਾਂ ਨੂੰ ਕਿਵੇਂ ਵਰਗਲਾਇਆ ਜਾ ਰਿਹਾ ਹੈ? ਕਿਹੜੇ ਰੋਲ ਮਾਡਲ ਉਹਨਾਂ ਦੇ ਜ਼ਿਹਨ 'ਚ ਘਰ ਘਰ ਗਏ ਨੇ? ਟੀਵੀ, ਕੰਪਿਊਟਰ ਸਾਹਮਣੇ ਘੰਟਿਆਂ ਬੱਧੀ ਸਮਾਂ ਬਰਬਾਦ ਕਰਨ ਵਾਲਾ ਕੁਝ ਪੜ੍ਹਨ ਲਈ ਤਾਂ ਤਿਆਰ ਹੀ ਨਹੀਂ। ਫਿਰ ਉਹ ਕੁਝ ਚੰਗਾ ਕਿਵੇਂ ਪੜ੍ਹੇਗਾ ਤੇ ਵਧੀਆ ਪੜ੍ਹਨ ਤੋਂ ਬਗੈਰ ਉਹਨੂੰ ਜੀਵਨ ਦੀ ਸਮਝ ਤੇ ਇਸ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਰਦਿਆਂ ਆਪਣੀ ਸ਼ਖਸੀਅਤ ਨਾਲ ਨਰੋਈ ਪਛਾਣ ਸਿਰਜਣ ਦਾ ਮੌਕਾ ਕਿਵੇਂ ਮਿਲੇਗਾ? ਉਹ ਕਿਵੇਂ ਯੁੱਗ ਪਲਟਾਊ ਵਿਅਕਤੀਆਂ ਦੀ ਵਿਚਾਰਧਾਰਾ ਨੂੰ ਆਪਣੀ ਕਰਮ ਸ਼ੈਲੀ ਦਾ ਹਿੱਸਾ ਬਣਾਏਗਾ? ਕਿਵੇਂ ਕੁਝ ਚੰਗੇਰਾ ਤੇ ਨਰੋਆ ਸਿਰਜਣਾ ਦੀ ਤਮੰਨਾ ਉਹਦੇ ਮਨ ਵਿੱਚ ਪੈਦਾ ਹੋਏਗੀ? ਕਿਵੇਂ ਉਹ ਸੋਚੇਗਾ ਕਿ ਮੈਂ ਵੀ ਸਮਾਜ ਦਾ ਸਿਹਤਮੰਦ ਅੰਗ ਬਣ ਕੇ ਕੁਝ ਉਸਾਰੂ ਭੂਮਿਕਾ ਨਿਭਾਵਾਂ? ਸਮੇਂ ਦੀ ਲੋੜ ਹੈ ਕਿ ਨੌਜਵਾਨ ਰੋਲ ਮਾਡਲਾਂ ਪ੍ਰਤੀ ਆਪਣੀਆਂ ਤਰਜੀਹਾਂ ਬਦਲਣ। ਹੱਕ ਸੱਚ ਲਈ ਸਰਬੰਸ ਵਾਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਗੁਲਾਮੀ ਨੂੰ ਵੰਗਾਰਨ ਵਾਲਾ ਤੇ ਸਰਬਮੁਖੀ ਆਜ਼ਾਦੀ ਲਈ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਸ਼ਹੀਦ, ਗਰੀਬ ਪਰਿਵਾਰ 'ਚ ਉੱਠ ਕੇ ਆਪਣੀ ਸਿਰੜ ਸਾਧਨਾ ਰਾਹੀਂ ਭਾਰਤ ਦੀ ਉੱਚਤਮ ਪਦਵੀ ਤੇ ਪਹੁੰਚਣ ਵਾਲਾ ਵਿਗਿਆਨੀ ਡਾਕਟਰ ਅਬਦੁਲ ਕਲਾਮ,
ਆਪਣੇ ਫਰਜ਼ਾਂ ਤੇ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾ ਕੇ ਨਰੋਈਆਂ ਪੈੜਾਂ ਸਿਰਜਣ ਵਾਲੀ ਭਾਰਤ ਦੀ ਪਹਿਲੀ IPS ਅਫਸਰ ਕਿਰਨ ਬੇਦੀ, ਹਰੀ ਕ੍ਰਾਂਤੀ ਦਾ ਪਿਤਾਮਾ PAU ਦਾ ਮੋਢੀ ਤੇ ਪੰਜਾਬੀ ਸਾਹਿਤ ਦਾ ਮੁੱਦਈ ਡਾਕਟਰ MS ਰੰਧਾਵਾ, ਨੰਗੇ ਪੈਰੀਂ ਦੌੜ ਕੇ ਓਲੰਪਿਕ ਗੇਮਾਂ 'ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਮਿਲਖਾ ਸਿੰਘ, ਪੰਜਾਬੀ ਸੱਭਿਆਚਾਰ ਨੂੰ ਅੱਖਰਾਂ 'ਚ ਉਤਾਰਨ ਵਾਲਾ ਵਾਰਿਸ ਸ਼ਾਹ, ਆਪਣੀਆਂ ਪੇਂਟਿੰਗਾਂ ਰਾਹੀਂ ਸਮੁੱਚੀ ਪੰਜਾਬੀ ਵਿਰਸੇ ਦੇ ਦੀਦਾਰੇ ਕਰਾਉਣ ਵਾਲਾ ਸੋਭਾ ਸਿੰਘ ਆਦਿ ਜਦ ਰੋਲ ਮਾਡਲਾਂ ਦੀ ਲੰਮੀ ਲਿਸਟ ਦਾ ਹਿੱਸਾ ਬਣ ਕੇ ਸਾਡੇ ਘਰਾਂ, ਸਕੂਲਾਂ ਤੇ ਕਮਰਿਆਂ ਤੋਂ ਸੱਜ ਸਾਡੀ ਸੋਚ ਵਿੱਚ ਉਤਰ ਸਾਡੀ ਮਾਨਵੀ ਸੰਵੇਦਨਾ ਨੂੰ ਹਲੂਣ, ਸਾਨੂੰ ਸਮੇਂ ਦਾ ਹਾਣੀ ਬਣਾ ਕੁਝ ਅਲੱਗ ਤੇ ਸਾਰਥਿਕ ਸੋਚਣ ਲਈ ਪ੍ਰੇਰਿਤ ਕਰਨਗੇ ਤਾਂ ਸਮਾਜ ਦਾ ਬਿਮਾਰ ਅੰਗ ਸਿਹਤਮੰਦ ਹੋ ਜੀਵਨ ਦੀਆਂ ਸੁੱਚੀਆਂ ਕਦਰਾਂ ਕੀਮਤਾਂ ਦਾ ਪਹਿਰੇਦਾਰ ਬਣੇਗਾ। ਕੁਝ ਵੱਖਰਾ, ਸੁਪਨਮਈ, ਸੰਭਾਵਨਾਵਾਂ ਭਰਪੂਰ, ਸੰਵੇਦਨਮਈ, ਸਾਰਥਕ ਸੋਚਣ ਲਈ ਸਿਹਤਮੰਦ ਅਗਵਾਈ ਦੇਣ ਵਾਲੇ ਰੋਲ ਮਾਡਲ ਜਿਵੇਂ ਵਾਤਾਵਰਨ ਪ੍ਰੇਮੀ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਰੂਪ 'ਚ ਮੌਜੂਦ ਨੇ। ਸਿਰਫ ਲੋੜ ਹੈ ਕਿ ਨੌਜਵਾਨ ਆਪਣੇ ਰੋਲ ਮਾਡਲਾਂ ਦੀ ਚੋਣ ਪ੍ਰਤੀ ਸੁਚੇਤ ਹੋਣ। ਸਾਡੇ ਆਦਰਸ਼ਾਂ ਦੀ ਗੁੰਮਸ਼ੁਦੀ ਲਈ ਅਸੀਂ ਸਾਰੇ ਕਸੂਰਵਾਰ ਹਾਂ। ਜਦ ਅਸੀਂ ਨੌਜਵਾਨਾਂ ਲਈ ਰੋਲ ਮਾਡਲ ਬਣਨ ਤੋਂ ਮੁਨਕਰ ਹੋ ਜਾਵਾਂਗੇ ਤਾਂ ਕੌਣ ਬਣੇਗਾ ਰੋਲ ਮਾਡਲ? ਸੋ ਲੋੜ ਹੈ ਕਿ ਆਪੋ ਆਪਣੇ ਖੇਤਰਾਂ 'ਚ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਰੋਲ ਮਾਡਲ ਬਣੀਏ ਤਾਂ ਕਿ ਸਾਡੇ ਬੱਚੇ ਸਾਡੇ ਆਦਰਸ਼ਾਂ ਨੂੰ ਅਪਣਾ ਕੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਉਸਾਰੂ ਰੋਲ ਅਦਾ ਕਰ ਸਕਣ। ਆਪਣੇ ਆਪ ਤੋਂ ਹੀ ਕੁਝ ਸਾਰਥਕ ਸ਼ੁਰੂ ਕੀਤਿਆਂ ਹੀ ਅਸੀਂ ਦੂਸਰਿਆਂ ਕੋਲੋਂ ਕੋਈ ਖਾਸ ਆਸ ਰੱਖ ਸਕਦੇ ਹਾਂ। ਜੀਵਨ ਦੇ ਉਸਾਰੂ ਮੁੱਲਾਂ ਤੇ ਨਰੋਈਆਂ ਕਦਰਾਂ ਕੀਮਤਾਂ ਨੂੰ ਆਪਣੀ ਜੀਵਨ ਸ਼ੈਲੀ 'ਚ ਅਪਣਾ ਕੇ ਅਸੀਂ ਆਉਣ ਵਾਲੀਆਂ ਨਸਲਾਂ ਲਈ ਰਾਹ ਦਸੇਰਾ ਬਣਾਂਗੇ। ਆਓ ਆਪਣੇ ਆਪ ਤੋਂ ਸ਼ੁਰੂਆਤ ਤਾਂ ਕਰੀਏ, ਫਿਰ ਸਾਡੇ ਨੌਜਵਾਨਾਂ ਨੂੰ ਸਮਾਜ ਦੇ ਕਿਸੇ ਵੀ ਖੇਤਰ 'ਚ ਰੋਲ ਮਾਡਲ ਤਲਾਸ਼ਣ ਦੀ ਲੋੜ ਨਹੀਂ ਪਏਗੀ। ਧੰਨਵਾਦ। ਅਗਲਾ ਲੇਖ ਹੈ ਅੰਤਰਝਾਤ। ਨਿੱਕੀ ਨਿੱਕੀ ਕਣੀ ਦਾ ਪੈ ਰਿਹਾ ਮੀਂਹ, ਦਰਖਤ ਦੇ ਧੋਤੇ ਹੋਏ ਤਣੇ, ਇਹਨਾਂ ਦੇ ਚਿਹਰਿਆਂ ਤੇ ਪਸਰਿਆ ਨਿਖਾਰ, ਪੱਤਿਆਂ ਉੱਤੇ ਤਿਲਕ ਰਹੀ ਬੂੰਦ ਬੂੰਦ ਦਾ ਹੌਲੀ ਹੌਲੀ ਵਹਾਅ, ਪਰਿੰਦਿਆਂ ਨੂੰ ਮਿਲੀ ਤਾਜ਼ਗੀ ਤੇ ਉਹਨਾਂ ਦੇ ਭਿੱਜੇ ਹੋਏ ਪਰਾਂ 'ਚ ਪਰਵਾਸ ਭਰਨ ਦੀ ਤਮੰਨਾ ਦਾ ਭਰ ਵਗਦਾ ਦਰਿਆ, ਕੁਦਰਤ ਵਿੱਚ ਆਇਆ ਨਿਖਾਰ, ਭਲੇ ਦਿਨਾਂ ਦੇ ਪਰਤਣ ਦੀ ਆਸ, ਧਰਤੀ ਦੀ ਮਿੱਟੀ ਹੋਈ ਪਿਆਸ, ਬਨਸਪਤੀ ਨੂੰ ਵਿਸਥਾਰਨ ਦਾ ਸੁਨਹਿਰੀ ਮੌਕਾ। ਪਰ ਵਰਾਂਡੇ 'ਚ ਬੈਠਾ ਸ਼ਖਸ ਨਿਖਰੇ ਚੌਗਿਰਦੇ ਵਿੱਚ ਆਪਣੇ ਆਪ ਨੂੰ ਨਿਖਾਰਨ ਖਾਤਰ ਆਪਣੇ ਅੰਤਰੀਵ ਦੀ ਅੰਤਰਝਾਤ ਵਿੱਚ ਲੀਨ। ਅੰਤਰਝਾਤ ਆਪਣੇ ਆਪ ਦੀ ਪਛਾਣ, ਆਪਣੜੇ ਹੱਥੀਂ ਆਪਣੀ ਪੁਣ ਛਾਣ ਤੇ ਆਪੇ ਦੇ ਰੂਬਰੂ ਹੁੰਦਾ ਇਨਸਾਨ। ਅੰਤਰਝਾਤ ਆਪਣੇ ਕਰਮਾਂ ਕੁਕਰਮਾਂ ਦਾ ਲੇਖਾ ਜੋਖਾ, ਆਪਣੀਆਂ ਕੀਤੀਆਂ ਕਾਰਗੁਜ਼ਾਰੀਆਂ ਦਾ ਮੁਲਾਂਕਣ, ਆਪਣੀ ਹਰ ਹਰਕਤ ਦਾ ਮਿਲਿਆ ਹਰਜਾਨਾ ਜਾਂ ਮੋਢੇ ਤੇ ਮਿਲੀ ਥਪਕੀ, ਆਪਣੀ ਹਰ ਬੋਲ ਤੇ ਦੂਰ ਰਸ ਸਿੱਟੇ ਜੋ ਚੰਗੇ ਵੀ ਤੇ ਮੰਦੇ ਵੀ, ਸ਼ਬਦਾਂ ਦੀ ਤਾਸੀਰ ਤੇ ਅੰਦਾਜ਼ ਤੇ ਨਿਪਟਾਰਾ। ਅੰਤਰਝਾਤ ਵਿਰਲਿਆਂ ਦਾ ਨਸੀਬ। ਬਹੁਤ ਥੋੜੇ ਲੋਕ ਆਪਣੇ ਆਪ ਨਾਲ ਸੰਵਾਦ ਰਚਾਉਂਦੇ ਤੇ ਮਨ 'ਚ ਝਾਤ ਪਾਉਂਦੇ। ਲੋਕਾਂ ਕੋਲ ਆਪਣੇ ਆਪ ਨੂੰ ਮਿਲਣ ਦਾ ਸਮਾਂ ਹੀ ਨਹੀਂ। ਦੁਨਿਆਵੀ ਸਰੋਕਾਰਾਂ ਤੇ ਧਨ ਦੀ ਦੌੜ ਵਿੱਚ ਮਸਰੂਫ ਜਿਹੜਾ ਵਿਅਕਤੀ ਘਰ ਰਹਿੰਦਿਆਂ ਵੀ ਆਪਣੀ ਬੀਵੀ ਤੇ ਬੱਚਿਆਂ ਨੂੰ 10-15 ਦਿਨ ਹੀ ਮਿਲਦਾ ਹੋਵੇ, ਉਸ ਕੋਲੋਂ ਆਪਣੇ ਆਪ ਨੂੰ ਮਿਲਣ ਦੀ ਆਸ ਰੱਖਣਾ ਫਜ਼ੂਲ ਹੈ। ਸਿਰਫ ਸੰਵੇਦਨਸ਼ੀਲ ਲੋਕ ਹੀ ਹਰ ਰੋਜ਼ ਆਪਣੇ ਆਪ ਨਾਲ ਗੱਲਾਂ ਕਰਦੇ, ਆਪ ਹੀ ਬੋਲਦੇ, ਆਪ ਹੀ ਹੁੰਗਾਰਾ, ਆਪ ਹੀ ਪ੍ਰਸ਼ਨ ਤੇ ਆਪ ਹੀ ਜਵਾਬ, ਆਪ ਹੀ ਨਾ ਤੇ ਆਪ ਹੀ ਹਾਂ। ਅੰਤਰਝਾਤ ਆਪਣੇ ਆਪ ਨੂੰ ਸਨਮੁਖ, ਆਪਣੀ ਔਕਾਤ ਪਰਖੀ ਜਾਂਦੀ ਹੈ। ਮਨੁੱਖ ਦੀ ਜਾਤ ਨਜ਼ਰ ਆਉਂਦੀ ਹੈ ਉਸ ਸ਼ਖਸ ਨੂੰ ਮਨ ਅੰਬਰ ਤੇ ਉਤਰੀ ਹਨੇਰੀ ਰਾਤ ਜਾਂ ਅੱਖ ਖੋਲ੍ਹਦੀ ਪ੍ਰਭਾਤ। ਭਾਵਨਾ ਦੀ ਵੇਦੀ ਦੁਆਲੇ ਘੁੰਮਦੀਆਂ ਮਾਨਸਿਕ ਚੈਨ ਦੀ ਮਿਲੀ ਸੌਗਾਤ ਜਾਂ ਪਨਪ ਦੇ ਪਾਪ ਦਾ ਅਹਿਸਾਸ। ਅੰਤਰਝਾਤ ਦਰਮਿਆਨ ਤੁਹਾਡੀਆਂ ਕੁਤਾਹੀਆਂ ਤੁਹਾਨੂੰ ਸਤਾਉਂਦੀਆਂ, ਤੁਹਾਡੀਆਂ ਗਲਤੀਆਂ ਗੇੜੇ ਲਾਉਂਦੀਆਂ, ਉਹਨਾਂ ਪਲਾਂ ਨੂੰ ਦੁਹਰਾਉਂਦੀਆਂ ਜਦ ਤੁਹਾਡੇ ਇੱਕ ਹੀ ਗਲਤ ਕਦਮ ਨੇ ਤੁਹਾਨੂੰ ਤੁਹਾਡੇ ਵਿਅਕਤਿਤਵ ਤੋਂ ਬਹੁਤ ਦੂਰ ਜਾ ਖਿਲਾਰਿਆ ਤੇ ਤੁਹਾਡੇ ਸੰਤੁਲਿਤ ਕਦਮਾਂ ਵਿੱਚ ਔਕੜਾਂ ਤੇ ਖਾਈਆਂ ਭਰਿਆ ਰਸਤਾ ਵਿਸਥਾਰਿਆ। ਤੁਹਾਡੀ ਕੁਤਾਹੀ, ਤੁਹਾਡੀ ਸੋਚ ਸਮਝ ਵਿੱਚ ਕੋਈ ਕਮੀ, ਹਾਲਤ ਨੂੰ ਸਮਝ ਕੇ ਉਹਦੇ ਅਨੁਕੂਲ ਫੈਸਲਾ ਲੈਣ 'ਚ ਅਣਜਾਣੀ ਗਲਤੀ, ਚੁਰਾਹੇ 'ਚ ਖੜਿਆਂ ਇੱਕ ਹੀ ਗਲਤ ਮੋੜ ਤੁਹਾਡੀ ਮੰਜ਼ਿਲ ਨੂੰ ਬਹੁਤ ਦੂਰ ਲੈ ਜਾਂਦਾ ਹੈ।
ਬਹੁਤ ਹੀ ਸਾਵਧਾਨੀ ਨਾਲ ਉਠਾਉਣਾ ਪੈਂਦਾ ਹੈ। ਅਜਿਹੇ ਮੋੜ ਤੇ ਇੱਕ ਵੀ ਕਦਮ। ਅੰਤਰਝਾਤ ਆਪਣੇ ਵਿਚਾਰਾਂ ਨੂੰ ਰਿੜਕਣ ਦਾ ਸੁੱਚਾ ਕਰਮ ਤੇ ਇਸ ਚੋਂ ਨਿਤਰੀਆਂ ਸਹੀ ਧਾਰਨਾਵਾਂ ਤੇ ਸਿਰਜਣਾਤਮਿਕਤਾ ਨੂੰ ਵਿਸਥਾਰਨ ਦਾ ਧਰਮ। ਹਰ ਪੱਖ ਨੂੰ ਧਿਆਨ 'ਚ ਰੱਖ ਕੇ ਕੀਤਾ ਫੈਸਲਾ ਇੱਕ ਨਿੱਗਰ ਪੁਲਾਂਘ ਹੁੰਦੀ ਹੈ ਜੀਵਨ ਦੇ ਸੱਦਿਆਂ ਤੇ ਪਹੁੰਚਣ ਲਈ। ਯਾਦ ਰੱਖੋ, ਤੁਹਾਡੀ ਸਮਝ, ਹਾਲਾਤਾਂ ਤੇ ਮੌਕੇ ਮੁਤਾਬਕ ਤੁਹਾਡਾ ਕੋਈ ਵੀ ਫੈਸਲਾ ਉਸ ਸਮੇਂ ਤੁਹਾਨੂੰ ਸਹੀ ਜਾਪਦਾ, ਜਿਹੜਾ ਕਈ ਵਾਰ ਬਾਅਦ 'ਚ ਵਿਚਾਰਿਆਂ ਗਲਤ ਲੱਗਦਾ ਹੈ, ਪਰ ਪਛਤਾਉਣਾ ਮਾੜਾ ਹੁੰਦਾ ਹੈ। ਲੋੜ ਹੈ ਅਜਿਹੇ ਫੈਸਲਿਆਂ ਨੂੰ ਮੁੜ ਵਿਚਾਰ ਕੇ ਭਵਿੱਖ 'ਚ ਸਹੀ ਫੈਸਲੇ ਕਰਨ ਦੀ ਆਦਤ ਪਾਉਣਾ। ਅੰਤਰਝਾਤ ਆਪਣੀ ਔਕਾਤ ਨੂੰ ਪਛਾਣਨ ਦਾ ਸੁਚੱਜਾ ਸਬੱਬ, ਆਪਣੀਆਂ ਸਮਰਥਾਵਾਂ ਤੇ ਕਮਜ਼ੋਰੀਆਂ ਨੂੰ ਜਾਣਨ ਦਾ ਸੁਨਹਿਰੀ ਸਮਾਂ, ਆਪਣੇ ਸਮਰਥਾਵਾਂ ਨੂੰ ਵਧਾਉਣ ਤੇ ਕਮਜ਼ੋਰੀਆਂ ਨੂੰ ਦੂਰ ਕਰਨ ਦਾ ਅਹਿਲਾ ਕਰਮ, ਤੁਹਾਡੀ ਸੋਚ ਵਿੱਚ ਆਇਆ ਬਦਲਾਅ ਹੀ ਤੁਹਾਡੀਆਂ ਸਫਲਤਾਵਾਂ ਦੀ ਕਾਮਨਾ, ਤੁਹਾਡਾ ਕਿਸੇ ਚੀਜ਼, ਘਟਨਾ, ਬੋਲ, ਇਸ਼ਾਰੇ ਨੂੰ ਸਮਝਣ ਦਾ ਆਪਣਾ ਮੌਲਿਕ ਨਜ਼ਰੀਆ ਹੀ ਤੁਹਾਡੀਆਂ ਪ੍ਰਾਪਤੀਆਂ ਦਾ ਕੇਂਦਰ ਬਿੰਦੂ, ਤੁਹਾਡਾ ਗੱਲ ਕਰਨ ਦਾ ਤਰੀਕਾ, ਹਰ ਮਿਲਣ ਵਾਲੇ ਨੂੰ ਆਪਣਾ ਬਣਾਉਣ ਦੀ ਤਮੰਨਾ ਤੇ ਕਿਸੇ ਦੇ ਅੰਦਰ ਲੈ ਜਾਣਾ ਹੀ ਤੁਹਾਡਾ ਵਿਅਕਤਿਤਵ ਦਾ ਮੀਰੀ ਗੁਣ। ਕਿੰਨੇ ਪਿਆਰੇ ਨੇ ਕਿਸੇ ਅਦੀਬ ਦੇ ਬੋਲ ਕਿ ਉਹ ਇੱਕ ਪਰਿੰਦਾ ਹੈ ਤੇ ਹਰ ਇੱਕ ਦੇ ਮਨ 'ਚ ਆਲਣਾ ਪਾ ਬਹਿੰਦਾ ਹੈ, ਗੁਟਕਦਾ ਹੈ ਤੇ ਉਹਦੀ ਗੁਟਕਣੀ ਸੁੱਚੇ ਬੋਲਾਂ ਦੀ ਫਿਜ਼ਾ ਚੌਗਿਰਦੇ 'ਚ ਉਪਜਾਉਂਦੀ ਹੈ। ਅੰਤਰਝਾਤ ਸਮੇਂ ਦੀ ਤੰਦੀ ਤੇ ਪਾਈ ਨਰੋਈਆਂ ਕਦਰਾਂ ਕੀਮਤਾਂ ਦਾ ਤਰੋਪਾ ਹੁੰਦੀ ਹੈ, ਜਿਹਨੇ ਸਮਾਜਿਕ ਫੁਲਕਾਰੀ ਨੂੰ 100 ਰੰਗਾਂ ਤੇ ਫੁੱਲ ਬੂਟੀਆਂ ਨਾਲ ਓਤ-ਪੋਤ ਕਰਕੇ ਸਮਾਜਿਕ ਮੁਹਾਂਦਰਾ ਲਿਸ਼ਕਾਉਣਾ ਹੁੰਦਾ ਹੈ। ਅੰਤਰਝਾਤ ਅੰਤਰਗਿਆਨ ਦਾ ਮਹਾਸਾਗਰ, ਆਤਮ ਲੋਚਾਂ ਦਾ ਸਿਖਰ, ਆਪਣੜੇ ਹੱਥੀਂ ਆਪਣੀ ਆਰਸੀ 'ਚੋਂ ਆਪਣੇ ਬਿੰਬ ਨੂੰ ਵੇਖਣਾ, ਦੇਖਣ, ਵਾਚਣ ਤੇ ਇਹਨੂੰ ਨਿਖਾਰਨ ਦੇ ਆਹਾਰ ਦਾ ਸਬੱਬ। ਅੰਤਰਝਾਤ ਦੌਰਾਨ ਬਹੁਤ ਸਾਰਾ ਅੰਦਰਲਾ ਕੂੜ ਕਬਾੜਾ ਤੇ ਸਾਡੇ ਰੂਬਰੂ ਹੁੰਦਾ, ਜਿਹਨੂੰ ਜਗ ਜ਼ਾਹਰ ਕਰਨ ਤੋਂ ਡਰਦੇ, ਇਹਨੂੰ ਲੁਕਾਈ ਤੋਂ ਲੁਕਾਉਂਦੇ ਤੇ ਇਸ ਤੇ ਕਈ ਪਰਦੇ ਪਾਉਂਦੇ, ਇਹਦੀ ਬੋ ਤੋਂ ਘਬਰਾਉਂਦੇ ਤੇ ਆਪਣੇ ਮੁਖੌਟੇ ਨੂੰ ਚੰਗੀ ਤਰ੍ਹਾਂ ਸਜਾਉਂਦੇ। ਅੰਤਰਝਾਤ ਇੱਕ ਸ਼ੁੱਧੀਕਰਨ ਦੀ ਪ੍ਰਕਿਰਿਆ, ਆਪਣੇ ਆਪ ਨੂੰ ਗਲੀਜ਼ਤਾ ਤੋਂ ਉੱਪਰ ਉਠਾਉਣ ਦਾ ਉੱਦਮ, ਆਪਣੀਆਂ ਖਾਮੀਆਂ ਨੂੰ ਦੂਰ ਕਰਨ ਦਾ ਸੁਨਹਿਰੀ ਮੌਕਾ, ਆਪਣੀਆਂ ਕੁਤਾਹੀਆਂ ਤੇ ਨਜ਼ਰਸਾਨੀ, ਆਪਣੇ ਕੀਤੇ ਹੋਏ ਅਣਚਾਹੇ ਕਾਰਜਾਂ ਲਈ ਮੁਆਫੀਨਾਮਾ ਤੇ ਮਨ ਦੇ ਸਵੈ ਮਾਰੂ ਵਿਚਾਰਾਂ ਨੂੰ ਤਿਲਾਂਜਲੀ। ਅੰਤਰਝਾਤ ਸਾਡੇ ਨੀਚ ਵਿਚਾਰਾਂ ਲਈ ਕਤਲਗਾਹ, ਸਾਡੇ ਢਾਹੂ ਵਿਚਾਰਾਂ ਲਈ ਸੂਲੀ, ਸਾਡੀ ਹਉਮੈ ਲਈ ਕਬਰ ਤੇ ਸਾਡੇ ਫੋਕੇ ਮਾਣ ਲਈ ਨੀਚਤਾ ਦਾ ਸਬੱਬ। ਅੰਤਰਝਾਤ ਆਪਣੇ ਆਪ ਨੂੰ ਉੱਚੇ ਅੰਬਰਾਂ ਦਾ ਹਾਣੀ ਬਣਾਉਣ ਦਾ 101 ਹੀ ਠੋਕਰ ਤੁਹਾਡੀਆਂ ਪੈੜਾਂ ਲਈ ਮਾਰਗਦਰਸ਼ਕ ਬਣਦੀ। ਇੱਕ ਹੀ ਕਦਮ ਤੁਹਾਡੀ ਮੰਜ਼ਿਲ ਨੂੰ ਤੁਹਾਡੇ ਕਰੀਬ ਕਰਦਾ ਤੇ ਤੁਹਾਡੇ ਨਾਵੇਂ ਸੁਰਖ ਸਿਰਨਾਵਾਂ ਕਰਦਾ। ਇੱਕ ਹੀ ਸਵੱਲੀ ਨਦਰ ਤੁਹਾਡੇ ਸੁੱਚੇ ਸੁਪਨਿਆਂ ਦੇ ਜਨਮਦਾਤੀ ਤੇ ਤੁਹਾਡੇ ਉੱਦਮ ਨੂੰ ਬਖਸ਼ੀ ਕਰਮਸ਼ੀਲਤਾ। ਜ਼ਿੰਦਗੀ ਦੇ ਚੌਰਾਹੇ ਤੇ ਖੜੇ ਅੰਤਰਝਾਤ ਮਾਰੋ ਤੇ ਆਪਣੇ ਉੱਠਣ ਵਾਲੇ ਕਦਮ ਦੇ ਨਾਮ ਉਹ ਮਾਰਗ ਕਰੋ ਜਿਹੜਾ ਤੁਹਾਡੀ ਸਾਵੀਂ ਸੋਚ ਨੂੰ ਸੁਖਾਉਂਦਾ ਹੋਵੇ। ਤੁਸੀਂ ਦੇਖਣਾ ਤੁਹਾਡੇ ਪੈਰਾਂ ਨੂੰ ਰਾਹਾਂ ਦੀ ਧੂੜ ਵੀ ਮਹਿਕੀਲੀ ਤੇ ਸਰੂਰੀ ਜਾਪੇਗੀ। ਤੁਸੀਂ ਮੰਜ਼ਿਲ ਪ੍ਰਾਪਤੀ ਦਾ ਮਾਣ ਬਣਨ ਲਈ ਉਤਾਵਲੇ ਹੋਵੋਗੇ ਤੇ ਤੁਹਾਡੀਆਂ ਮਸਤਕ ਰੇਖਾਵਾਂ ਨੂੰ ਨਰੋਈ ਆਭਾ ਦਾ ਸ਼ਰਫ ਹਾਸਲ ਹੋਏਗਾ। ਅੰਤਰਝਾਤ ਆਪਣੀਆਂ ਕੋਸ਼ਿਸ਼ਾਂ ਤੇ ਪ੍ਰਾਪਤੀਆਂ ਦੇ ਅਨੁਪਾਤ ਦਾ ਨਿਰੀਖਣ, ਤੁਹਾਡੇ ਉੱਦਮ ਤੇ ਤੁਹਾਡੇ ਹਾਸਲ ਵਿਚਲੇ ਅੰਤਰ ਦੀ ਪੁਨਰ ਵਿਚਾਰ, ਤੁਹਾਡੇ ਦਾਅਵਿਆਂ ਤੇ ਤੁਹਾਡੇ ਮਾਣ ਸਨਮਾਨਾਂ ਵਿਚਲੇ ਫਰਕ ਦਾ ਲੇਖਾ ਜੋਖਾ, ਤੁਹਾਡੀ ਆਸ ਤੇ ਨਿਰਾਸ਼ਾ ਵਿਚਲੇ ਪਾੜੇ ਦੀ ਪੂਰਤੀ ਦਾ ਪ੍ਰਸ਼ਨ, ਤੁਹਾਡੇ ਸ਼ੌਕ ਤੇ ਤੁਹਾਡੇ ਆਮਦਨ ਸਰੋਤਾਂ ਦੀ ਆਪਸੀ ਖਹਿਬਾਜ਼ੀ ਦਾ ਵਿਸ਼ਲੇਸ਼ਣ, ਤੁਹਾਡੇ ਸੁਪਨੇ ਸਿਰਜਣਾ ਤੇ ਸੁਪਨ ਪ੍ਰਾਪਤੀ ਦਰਮਿਆਨ ਕਸ਼ਮਕਸ਼ ਦਾ ਬਿਉਰਾ, ਤੁਹਾਡੀ ਨਿਰਛਲ ਹਾਸੀ ਤੇ ਹਾਸੇ 'ਚ ਛੁਪੇ ਹੋਏ ਹੌਕਿਆਂ ਦੀ ਤਲਖ ਕਲਾਮੀ, ਤੁਹਾਡੇ ਕਰਮ ਤੇ ਧਰਮ ਵਿਚਲੀ ਵੱਖਰਤਾ ਦਾ ਵਿਖਿਆਨ, ਤੁਹਾਡੇ ਅੱਖਰਾਂ ਤੇ ਅਰਥਾਂ 'ਚ ਚੱਲ ਰਹੀ ਅਮੁੱਕ ਜੰਗ ਦਾ ਚਿੱਤਰਨ, ਤੁਹਾਡੇ ਸੱਚ ਤੇ ਦੰਭ ਵਿਚਕਾਰ ਮਚੀ ਹੋਈ ਆਪਾ ਧਾਪੀ ਦਾ ਨਿਪਟਾਰਾ, ਤੁਹਾਡੇ ਮਨ ਅੰਬਰ ਤੇ ਛਾਈ ਹੋਈ ਮੱਸਿਆ ਤੇ ਸਰਗੀ ਦੇ ਉਗਮ ਦੇ ਤਾਰੇ ਦੇ ਰੋਲ ਕਚੋਲੇ ਦਾ ਵਿਸਥਾਰ। ਅੰਤਰਝਾਤ ਆਪਣੇ ਵਿੱਚੋਂ ਆਪਣੇ ਆਪ ਨੂੰ ਪਛਾਣਨ ਤੇ ਤਲਾਸ਼ਣ ਦਾ ਕਾਰਜ, ਆਪਣੀ ਖੁਦੀ ਨੂੰ ਮਾਰਨ ਤੇ ਨਿਮਰਤਾ ਨੂੰ ਛੋਹਣ ਦਾ ਸ਼ੁਭ ਕਰਮਨ, ਆਪਣੇ ਦੁਆਲੇ ਪਈਆਂ ਵਲਗਣਾਂ ਨੂੰ ਤੋੜਨ ਦਾ ਹੀਆ,
ਆਪਣੀਆਂ ਸੀਮਾਵਾਂ ਨੂੰ ਜਾਣਨ ਤੇ ਉਹਨਾਂ ਮੁਤਾਬਕ ਆਪਣੀ ਸਰਜ਼ਮੀਨ ਨੂੰ ਨਿਰਧਾਰਤ ਕਰਨ ਦਾ ਸਿਧਾਂਤ, ਆਪਣੇ ਕੋਝ ਨੂੰ ਬੇਪਰਦ ਕਰਨ ਦਾ ਹੌਸਲਾ, ਆਪਣੀਆਂ ਮਿੱਥਾਂ ਨੂੰ ਚਕਨਾਚੂਰ ਕਰਨ ਦਾ ਤਰੱਦਦ, ਆਪਣੇ ਭਰਮ ਨਿਵਾਰਨ ਦੀ ਪ੍ਰਕਿਰਿਆ, ਆਪਣੇ ਵਹਿਮਾਂ ਵਿੱਚੋਂ ਨਿਕਲਣ ਦਾ ਰੌਸ਼ਨ ਮਾਰਗ, ਆਪਣੀ ਤੰਗ ਦਿਲੀ ਨੂੰ ਵਿਸ਼ਾਲਣ ਲਈ ਠੋਸ ਕਦਮ ਤੇ ਆਪਣੀ ਸੰਕੀਰਨ ਸੋਚ ਨੂੰ ਵਿਸਥਾਰਨ ਦਾ ਨਰੋਆ ਹਮਲਾ। ਅੰਤਰ ਝਾਤ 'ਚੋਂ ਤੁਸੀਂ ਕੀ ਪ੍ਰਾਪਤ ਕਰਨਾ ਹੈ ਤੁਹਾਡੀ ਸਮਰੱਥਾ ਤੇ ਨਿਸ਼ਠਾ ਤੇ ਨਿਰਭਰ ਹੈ। ਤੁਹਾਡੀ ਭਾਵਨਾ ਤੇ ਕਰਮਨ ਵਿਚਲੇ ਸੰਵਾਦ ਦਾ ਨਿਚੋੜ, ਤੁਹਾਡੇ ਪ੍ਰਤੀਬੱਧਤਾ ਤੇ ਸਮਰਪਣ ਦਾ ਫਲ, ਤੁਹਾਡੀ ਸੰਵੇਦਨਾ ਤੇ ਸੋਚ ਦਾ ਸੰਤੁਲਨ, ਤੁਹਾਡੀ ਸੋਝ ਤੇ ਸਾਰਥਕਤਾ ਵਿਚਲੀ ਸਮਾਨਾਂਤਰਤਾ, ਤੁਹਾਡੇ ਸਦੀਵੀ ਤੇ ਥੋੜ ਚਿਰੇ ਲਾਭਾਂ ਦਾ ਸਹੀ ਮੁਲਾਂਕਣ, ਤੁਹਾਡੀ ਹੋਂਦ ਦੀ ਸਦੀਵਤਾ ਤੇ ਸੰਭਾਵਨਾ ਦਰਮਿਆਨ ਸੰਘਰਸ਼ ਦਾ ਸਿੱਟਾ। ਅੰਤਰ ਝਾਤ ਪਾਉਣ ਲਈ ਸਾਰੇ ਰਹਿਬਰ ਫਿਕਰਮੰਦ, ਸਾਰੇ ਧਾਰਮਿਕ ਗ੍ਰੰਥਾਂ ਦਾ ਨਿਚੋੜ, ਜੀਵਨ ਦੀਆਂ ਕਦਰਾਂ ਕੀਮਤਾਂ ਦਾ ਸਾਰ ਅੰਸ਼, ਜੀਵਨ ਮੁੱਲਾਂ ਦਾ ਸਦੀਵੀ ਸੱਚ। ਪਰ ਅਫਸੋਸ ਕਿ ਅਜੋਕਾ ਮਨੁੱਖੇ ਨੂੰ ਮੰਨਣ ਤੋਂ ਇਨਕਾਰੀ, ਆਪਣੇ ਆਪ ਦੇ ਰੂਬਰੂ ਹੋਣ ਤੋਂ ਮੁਨਕਰ, ਆਪਣੇ ਅੰਤਰੀ ਵਿੱਚ ਉਤਰਨ ਤੋਂ ਆਕੀ, ਆਪਣੇ ਸੰਗ ਸੰਵਾਦ ਰਚਾਉਣ ਤੋਂ ਨਾਬਰ, ਆਪਣੇ ਮਨ ਤੋਂ ਬਾਗੀ, ਆਪਣੀਆਂ ਕਮੀਆਂ ਨੂੰ ਨਿਹਾਰਨ ਤੋਂ ਬੇਮੁਖ, ਆਪਣੇ ਕਰਮਾਂ ਦਾ ਖੁਦ ਲੇਖਾ ਜੋਖਾ ਕਰਨ ਤੋਂ ਤਰਹਿੰਦਾ। ਅੰਤਰ ਝਾਤ ਤੋਂ ਬੇਖਬਰ ਲੋਕ ਆਪਣੀ ਮੌਤ ਦਾ ਆਪ ਮਰਸੀਆ, ਆਪਣੇ ਕਫਨ ਦਾ ਕਿਲ, ਆਪਣੀ ਕਬਰ ਦੀ ਖੁਦਾਈ, ਆਪਣੀ ਲਾਸ਼ ਦਾ ਰੁਦਨ, ਆਪਣੀ ਅਰਥੀ ਦਾ ਮੋਢਾ, ਆਪਣੇ ਵੈਣ ਦਾ ਸਿਆਪਾ ਤੇ ਪਲ ਪਲ ਖੁਰਰਿਆ ਆਪਾ। ਜ਼ਰਾ ਸੋਚਣਾ ਤੁਸੀਂ ਕਿਤੇ ਅਜਿਹੀ ਮਾਨਸਿਕਤਾ ਦਾ ਸ਼ਿਕਾਰ ਤਾਂ ਨਹੀਂ। ਅੰਤਰ ਝਾਤ ਸਭ ਤੋਂ ਪਵਿੱਤਰ ਪ੍ਰਕਿਰਿਆ, ਸਭ ਤੋਂ ਨੇਕ ਕਾਰਜ, ਸਭ ਤੋਂ ਉੱਤਮ ਉਦਮ ਤੇ ਜੀਵਨ ਦਾ ਸਭ ਤੋਂ ਸ੍ਰੇਸ਼ਟ ਕੰਮ। ਮਨੁੱਖ ਜਾਤੀ ਦੀ ਉਤਪਤੀ ਤੇ ਵਿਕਾਸ ਲਈ ਸਿਰਜਣਾਤਮਕ ਕਾਰਜਾਂ ਵਿੱਚੋਂ ਪ੍ਰਮੁੱਖ, ਜ਼ਿੰਦਗੀ 'ਚ ਸੋਝਾਤਮਕ ਤੇ ਸਹਿਜਾਤਮਕ ਰੁਚੀਆਂ ਨੂੰ ਉਭਾਰਨ ਲਈ ਅਹਿਮ ਜ਼ਰੂਰਤ, ਜੀਵਨ ਨੂੰ ਨਵ ਪਰਿਭਾਸ਼ਤ ਲਈ ਸੱਚੀ ਸੁੱਚੀ ਸਾਧਨਾ। ਤੁਸੀਂ ਇਸ ਸਾਧਨਾ ਨੂੰ ਅਪਣਾਉਣ ਦੀ ਕੋਸ਼ਿਸ਼ ਤਾਂ ਕਰਨਾ। ਜੀਵਨ ਦੀਆਂ ਸਭੇ ਨਿਆਮਤਾਂ ਤੁਹਾਡੀ ਝੋਲੀ ਦਾ ਨਸੀਬ ਬਣਨਗੀਆਂ ਤੇ ਤੁਸੀਂ ਸਮੁੱਚੀ ਮਨੁੱਖੀ ਜ਼ਿੰਦਗੀ ਲਈ ਇੱਕ ਰੋਲ ਮਾਡਲ ਬਣੋਗੇ। ਅੰਤਰ ਝਾਤ ਮਾਰਨ ਵਾਲੇ ਲੋਕਾਂ ਦੇ ਮੱਥਿਆਂ ਤੇ ਜਾਹੋ ਜਲਾਲ, ਉਹਨਾਂ ਦੀ ਕਰਮ ਸ਼ੈਲੀ 'ਚ ਸੁੱਚਮ, ਉਹਨਾਂ ਦੀ ਸ਼ਖਸੀਅਤ ਵਿੱਚ ਨਰੋਈ ਦਿੱਖ ਦਾ ਝਲਕਾਰਾ, ਉਹਨਾਂ ਦੇ ਬੋਲਾਂ 'ਚ ਸਹਿਜ ਮਿਠਾਸ ਤੇ ਸਮਤੁਲਤਾ ਦਾ ਵਾਸਾ, ਉਹਨਾਂ ਦੇ ਨੈਣਾਂ 'ਚ ਸੁਪਨਿਆਂ ਦੀ ਨਿੱਤ ਉਤਰਦੀ ਬਰਾਤ ਤੇ ਉਹਨਾਂ ਦੇ ਦਰਾਂ ਤੇ ਦਸਤਕ ਦਿੰਦੀ ਜਾਗਦੀ ਪ੍ਰਭਾਤ, ਉਹਨਾਂ ਦੇ ਅੰਬਰਾਂ ਤੇ ਨਿੱਤ ਉਤਰਦੀ ਤਾਰਿਆਂ ਭਰੀ ਪਰਾਤ ਤੇ ਉਹਨਾਂ ਦੇ ਘਰਾਂ 'ਚ ਲੋਰੀਆਂ ਸੁਣਾਉਂਦੀ ਰਾਤ। ਧੰਨਵਾਦ। ਅਗਲਾ ਲੇਖ ਹੈ ਜੋਗੀ ਚੱਲਦੇ ਭਲੇ। ਟਾਹਣੀ ਨਾਲ ਜੁੜਿਆ ਪੱਤਾ ਸਾਰੀ ਉਮਰ ਰੁੱਖ ਦੀ ਪਰਿਕਰਮਾ ਕਰਦਿਆਂ ਹੀ ਸਾਹਾਂ ਦੀ ਪੂੰਜੀ ਨਸ਼ਟ ਕਰ ਦਿੰਦਾ ਹੈ। ਨਿੱਕੇ ਜਿਹੇ ਹਵਾ ਦੇ ਝੋਂਕੇ ਨਾਲ ਹੀ ਉਹ ਬਹੁਤ ਫੜਫੜਾਉਂਦਾ ਹੈ ਕਿ ਉਹਦੀ ਟਾਹਣੀ ਨਾਲੋਂ ਖਲਾਸੀ ਹੋ ਜਾਏ, ਪਰ ਕੋਈ ਨਹੀਂ ਉਹਦੀ ਤੜਫਣੀ ਦਾ ਕਿਆਸ ਲਗਾਉਂਦਾ। ਜਦ ਕਿ ਹਵਾ ਦੇ ਕੰਧਾੜੇ ਚੜ੍ਹਿਆ ਪੱਤਾ ਅੰਬਰ 'ਚ ਉਡਾਰੀਆਂ ਲਾਉਂਦਾ, ਨਵੇਂ ਦਿਸਹੱਦਿਆਂ ਦੀ ਨਿਸ਼ਾਨਦੇਹੀ ਕਰਦਿਆਂ ਆਪਣੇ ਆਪ ਨੂੰ ਵਿਸਥਾਰਦਾ ਹੈ। ਟੋਬਿਆਂ ਦੇ ਖੜੇ ਪਾਣੀਆਂ 'ਚ ਸੜਿਆਂਦ ਪੈਦਾ ਹੋ ਜਾਂਦੀ ਹੈ, ਜਦਕਿ ਵਗਦੇ ਦਰਿਆਵਾਂ ਦੇ ਪਾਣੀਆਂ ਦੀ ਰਵਾਨਗੀ ਨਵੀਆਂ ਮੰਜ਼ਿਲਾਂ ਦੀ ਤਸ਼ਬੀਹ ਬਣਦੀ ਹੈ। ਖੜੋਤ ਮਚਲਦੇ ਕਦਮਾਂ ਲਈ ਸਰਾਪ, ਮੈਨੂੰ ਮਿਲਿਆ ਸੰਤਾਪ, ਵਿਗਸਣ ਨੂੰ ਚੜ੍ਹਿਆ ਤਾਪ ਤੇ ਸੋਚ ਦਿਸਹੱਦਿਆਂ ਦਾ ਗੂੰਜਦਾ ਵਰਲਾਪ। ਇੱਕ ਹੀ ਦਾਇਰੇ 'ਚ ਰਹਿਣ ਵਾਲੇ ਲੋਕ ਚੌਗਿਰਦੇ ਦੇ ਵਿਭਿੰਨ ਰੰਗਾਂ ਨੂੰ ਮਾਣਨ ਤੋਂ ਵਿਰਵੇ। ਉਹਨਾਂ ਨੂੰ ਅੰਦਾਜ਼ਾ ਹੋ ਹੀ ਨਹੀਂ ਸਕਦਾ ਕਿਹੜੇ ਕਿਹੜੇ ਹੁਸੀਨ ਰੰਗਾਂ ਦੀ ਚਿੱਤਰਕਾਰੀ ਅਸੀਂ ਜ਼ਿੰਦਗੀ ਦੀ ਕੈਨਵਸ 'ਤੇ ਕਰ ਸਕਦੇ ਹਾਂ। ਇੱਕ ਰੰਗਾ ਜੀਵਨ, ਨੀਰਸਤਾ ਦੀ ਧਰਾਤਲ, ਜੀਵਨ ਦੇ ਬਿਹਤਰੀਨ ਰੰਗਾਂ ਨੂੰ ਆਪਣੇ ਵਿੱਚੋਂ ਮਨਫੀ ਕਰਨਾ ਨਾ ਮੁਆਫਯੋਗ ਗੁਨਾਹ। 21ਵੀਂ ਸਦੀ ਦਾ 12 ਸਾਲ ਦਾ ਬੱਚਾ, ਘਰ 'ਚ ਕੋਈ ਅਖਬਾਰ ਨਹੀਂ, ਕੇਬਲ ਨਹੀਂ, ਕੰਪਿਊਟਰ ਨਹੀਂ, ਘਰ 'ਚੋਂ ਬਾਹਰ ਨਿਕਲ ਕੇ ਤਾਜ਼ੀ ਹਵਾ ਲੈਣ ਦਾ ਹੁਕਮ ਨਹੀਂ। ਬਿਨਾਂ ਕਿਸੇ ਬੱਚੇ ਦੇ ਸਾਥ ਦੇ ਜਦੋਂ ਵਿਕਸਿਤ ਹੋਏਗਾ ਤਾਂ ਉਹਦੀ ਸ਼ਖਸੀਅਤ ਦਾ ਅਸਾਵਾਂਪਣ ਸਮਾਜ ਦਾ ਬਿਮਾਰ ਅੰਗ ਬਣ ਕੇ ਸਮੁੱਚੇ ਸਮਾਜ ਨੂੰ ਹੀ ਬਿਮਾਰ ਕਰ ਦੇਵੇਗਾ। ਕੀ ਬੱਚੇ ਨੂੰ ਆਧੁਨਿਕ ਜੀਵਨ ਦੀਆਂ ਲੋੜਾਂ ਤੋਂ ਮਹਿਰੂਮ ਰੱਖ ਕੇ ਉਹਦਾ ਸੰਤੁਲਨ ਵਿਕਾਸ ਹੋ ਸਕਦਾ ਹੈ? ਕੀ ਉਹ ਆਪਣੇ ਸਾਥੀਆਂ ਨਾਲ ਦੁਨੀਆ 'ਚ ਵਾਪਰ ਰਹੀ ਹਰ ਘਟਨਾ 'ਤੇ ਚਰਚਾ ਕਰ ਸਕਦਾ ਹੈ? ਕੀ ਕੰਪਿਊਟਰ ਤੋਂ ਬਗੈਰ ਅਜੋਕੀ ਵਿੱਦਿਆ ਸੰਭਵ ਹੈ? ਕੀ ਅਖਬਾਰਾਂ ਲਈ ਮਿਲਦਾ ਗਿਆਨ ਸੋਚ ਦੇ ਬੰਦ ਕਵਾੜਾਂ ਨੂੰ ਖੋਲ੍ਹਣ ਲਈ ਜ਼ਰੂਰੀ ਨਹੀਂ? ਕੀ ਟੀਵੀ ਦਾ ਹਰ ਪ੍ਰੋਗਰਾਮ ਹੀ ਮਾੜਾ ਹੈ?
ਕੀ ਮਾਪਿਆਂ ਦੀ ਬਿਮਾਰ ਮਾਨਸਿਕਤਾ ਬੱਚਿਆਂ 'ਤੇ ਹਾਵੀ ਹੋਣੀ ਠੀਕ ਹੈ? ਕੀ ਦੇ ਰਹੇ ਹਾਂ ਅਸੀਂ ਆਪਣੀ ਔਲਾਦ ਨੂੰ? ਕੀ ਨਿੱਕੇ ਜਿਹੇ ਦਾਇਰੇ 'ਚ ਬੰਦ ਕਰਕੇ ਬੱਚੇ ਦੀ ਅਥਾਹ ਸੰਭਾਵਨਾਵਾਂ ਦੇ ਪੈਰਾਂ 'ਚ ਜ਼ੰਜੀਰਾਂ ਤਾਂ ਨਹੀਂ ਪਾ ਰਹੇ? ਸਾਰੇ ਆਕਾਸ਼ 'ਚ ਫੈਲਣ ਵਾਲੀ ਸੋਚ ਨੂੰ ਜਦ ਕਮਰੇ ਦੀ ਚਾਰ ਦੀਵਾਰੀ ਤੱਕ ਹੀ ਮਹਿਦੂਦ ਕਰ ਦਿੱਤਾ ਜਾਏ ਤਾਂ ਭਵਿੱਖ ਦੀ ਅੱਖ 'ਚ ਲਾਲੀ ਰੜਕਦੀ ਏ, ਰੋਂਦੀ ਏ ਦੁਹੱਥੜੀ ਤਕਦੀਰ ਤੇ ਸੁੰਗੜ ਜਾਂਦੀ ਏ ਮਸਤਕ ਲਕੀਰ। ਬਦਲੀ ਹੋਣ ਤੇ ਥੋੜ੍ਹਾ ਜਿਹਾ ਨਿਰਾਸ਼ ਹੋਇਆ ਤਾਂ ਕਿੰਨਾ ਸੱਚ ਸੀ ਮਿੱਤਰ ਦੇ ਕਹਿਣ ਵਿੱਚ ਕਿ ਹੁਣ ਤੂੰ ਹੋਰ ਫੈਲੇਂਗਾ। ਨਵੇਂ ਚੌਗਿਰਦੇ ਤੇ ਨਵੇਂ ਲੋਕਾਂ 'ਚ ਵਿਚਰਨਾ ਤੈਨੂੰ ਬਹੁਤ ਕੁਝ ਸਿਖਾਵੇਗਾ। ਨਵੇਂ ਵਾਤਾਵਰਨ ਤੇ ਨਵੀਂ ਧਰਾਤਲ ਤੇਰੇ 'ਚ ਨਵੀਆਂ ਸੋਚਾਂ ਤੇ ਤਰਜੀਹਾਂ ਦਾ ਸੰਦੇਸ਼ ਲੈ ਕੇ ਆਉਣਗੇ। ਮਿਲਣਗੇ ਨਵੇਂ ਪਾਤਰ ਤੇ ਜਦ ਤੇਰੀ ਕਲਮ ਇਹਨਾਂ ਸੰਗ ਸੰਵਾਦ ਰਚਾਏਗੀ ਤਾਂ ਤੇਰੀ ਲੇਖਣੀ 'ਚ ਕੁਝ ਕੁ ਨਿਖਾਰ ਤਾਂ ਜ਼ਰੂਰ ਆਏਗਾ। ਜ਼ਰਾ ਆਪਣੇ ਸਥਾਪਿਤ ਦਾਇਰੇ 'ਚੋਂ ਬਾਹਰ ਤਾਂ ਨਿਕਲੋ। ਬਹੁਤ ਸਾਰੀਆਂ ਸੰਭਾਵਨਾਵਾਂ ਤੁਹਾਡੀ ਉਡੀਕ ਕਰਦੀਆਂ ਨੇ। ਤੁਹਾਡੀ ਸ਼ਖਸੀਅਤ ਦੇ ਉਹ ਪੱਖ ਵੀ ਉਜਾਗਰ ਹੁੰਦੇ ਨੇ ਜਿਨ੍ਹਾਂ ਦਾ ਤੁਹਾਨੂੰ ਵੀ ਗਿਆਨ ਨਹੀਂ ਹੁੰਦਾ। ਇੱਕ ਹੀ ਕਿੱਲੇ ਨਾਲ ਬੱਝਾ ਡੰਗਰ ਆਖਰ ਨੂੰ ਰੱਸਾ ਜ਼ਰੂਰ ਤੁੜਾ ਲੈਂਦਾ ਹੈ। ਇਸੇ ਲਈ ਅਸੀਂ ਉਹਦਾ ਕਿੱਲਾ ਦਿਨ ਵਿੱਚ ਕਈ ਵਾਰ ਬਦਲਦੇ ਹਾਂ। ਆਪਣੇ ਖੋਲ 'ਚੋਂ ਬਾਹਰ ਨਿਕਲਣ ਵਾਲਿਆਂ ਲਈ ਕਈ ਮੌਕੇ ਉਡੀਕ ਰਹੇ ਹੁੰਦੇ ਨੇ। ਸਿਰਫ ਲੋੜ ਢੁਕਵੇਂ ਮੌਕਿਆਂ ਨੂੰ ਸਮੇਂ ਸਿਰ ਸਾਂਭਣ ਦੀ ਏ। ਇਸੇ ਲਈ ਤਾਂ ਗੀਤਾ ਦਾ ਉਪਦੇਸ਼ ਹੈ ਕਿ ਜਦ ਇੱਕ ਦਰਵਾਜ਼ਾ ਬੰਦ ਹੁੰਦਾ ਹੈ ਤਾਂ ਕਈ ਦਰਵਾਜ਼ੇ ਤੁਹਾਡੇ ਲਈ ਖੁੱਲ੍ਹ ਜਾਂਦੇ ਨੇ। ਜਿਹੜੇ ਲੋਕ ਹੋਰ ਨਵਾਂ ਨਹੀਂ ਕਰਨਾ ਚਾਹੁੰਦੇ, ਉਹੀ ਚਾਹੁੰਦੇ ਨੇ ਕਿ ਰਿਟਾਇਰਮੈਂਟ ਦੀ ਉਮਰ 58 ਤੋਂ 65 ਸਾਲ ਹੋ ਜਾਏ। ਜ਼ਿੰਦਗੀ 'ਚ ਕੁਝ ਨਵਾਂ ਕਰਨ ਵਾਲੇ ਲੋਕ ਤਾਂ ਚਾਹੁਣਗੇ ਕਿ ਰਿਟਾਇਰਮੈਂਟ 50 ਸਾਲ 'ਚ ਹੋਵੇ ਤਾਂ ਕਿ ਹੋਰ ਮੰਜ਼ਿਲਾਂ ਦੀ ਤਲਾਸ਼ 'ਚ ਜੁਟ ਜਾਣ। ਜੇ ਰਿਟਾਇਰ ਹੋਣ ਤੋਂ 2 ਸਾਲ ਪਹਿਲਾਂ ਹੀ ਹਰ ਕੰਮ ਵੇਲੇ ਕੋਈ ਸ਼ਖਸ ਕਹਿਣ ਲੱਗ ਪਵੇ ਕਿ ਮੈਨੂੰ ਸ਼ਾਂਤੀ ਨਾਲ ਰਿਟਾਇਰ ਹੋਣ ਦਿਓ ਤਾਂ ਉਹਦੀ ਰੋਗੀ ਮਾਨਸਿਕਤਾ ਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ। ਬੰਦ ਕਮਰੇ 'ਚ ਪੌਦਾ ਜਲਦੀ ਮੁਰਝਾ ਜਾਂਦਾ ਹੈ। ਤਾਜ਼ੀ ਹਵਾ ਤੇ ਪਾਣੀ ਤੋਂ ਬਗੈਰ ਪੌਦਾ ਕਿੰਨਾ ਕੁ ਚਿਰ ਜਿਉਂਦਾ ਰਹਿ ਸਕਦਾ ਹੈ? ਉਹਦੇ ਪੱਤੇ ਚਾਹੁੰਦੇ ਨੇ ਕਿ ਉਹ ਵਾਹ ਦੇ ਬੁੱਲਿਆਂ ਸੰਗ ਸਰਸਰਾਹਟ ਰੂਪੀ ਸੰਗੀਤ ਪੈਦਾ ਕਰਨ। ਮਸਨੂਈ ਰੌਸ਼ਨੀ, ਸਲਾਬੀ ਹਵਾ ਤੇ ਗੰਧਲੇ ਪਾਣੀ ਨਾਲ ਕਿੰਨੇ ਕੁ ਸਾਹ ਉਧਾਰੇ ਲਏ ਜਾ ਸਕਦੇ ਨੇ? ਕੁਦਰਤ ਤੋਂ ਦੂਰ ਰਹਿ ਕੇ ਹਰ ਜੀਵ ਬੇਜਾਨ ਹੋ ਜਾਂਦਾ ਹੈ। ਜੋਗੀ ਚੱਲਦੇ ਭਲੇ, ਨਗਰੀ ਵਸਦੀ ਭਲੀ ਦਾ ਹੋਕਰਾ ਲਾਉਣ ਵਾਲੇ ਫੱਕਰ, ਅਸੀਸਾਂ ਦਾ ਭਰ ਵਗਦਾ ਦਰਿਆ ਤੇ ਉਹਨਾਂ ਦੇ ਮੁਖਾਰਬੰਦ ਤੋਂ ਨਿਕਲੀ ਕੋਈ ਵੀ ਦੁਆ ਬੇਅਰਥ ਨਹੀਂ ਜਾਂਦੀ। ਉਹਨਾਂ ਦੇ ਪੈਰਾਂ 'ਚ ਖੁਣਿਆ ਰੂਹਾਨੀ ਸਫ਼ਰ ਹੀ ਉਹਨਾਂ ਦੀ ਜ਼ਿੰਦਗੀ ਦਾ ਸੁੱਚਾ ਹਾਸਲ। ਇੱਕ ਥਾਂ ਤੋਂ ਦੂਜੀ ਥਾਂ ਲਾਇਆ ਜਾਣ ਵਾਲਾ ਰੁੱਖ ਥੋੜ੍ਹਾ ਜਿਹਾ ਮੁਰਝਾ ਕੇ ਜਦ ਹਰਾ ਹੁੰਦਾ ਹੈ ਤਾਂ ਉਹਦੀ ਟਹਿਣੀਆਂ ਦੇ ਕੰਨਾਂ 'ਚ ਫਲਾਂ ਤੇ ਫੁੱਲਾਂ ਦੇ ਬੁੰਦੇ ਜਿੱਥੇ ਉਹਦੀ ਆਬਾਂ ਨੂੰ ਨਿਖਾਰਦੇ ਹਨ, ਉੱਥੇ ਨਵੀਆਂ ਪ੍ਰਸਥਿਤੀਆਂ ਵਿੱਚ ਉਹਦੇ ਮਨ ਵਿੱਚ ਜਿਉਣ ਦੀ ਅਭਿਲਾਸ਼ਾ ਵੀ ਜਗ ਜ਼ਾਹਰ ਕਰਦੀਆਂ ਨੇ। ਉਹਦੀ ਛਾਂ ਹੇਠ ਸੁਸਤਾਉਂਦੇ ਰਾਹੀਂ ਉਹਦੇ ਗੁਣ ਗਾਉਂਦੇ ਨੇ। ਬਾਬੇ ਬ੍ਰਿਖ ਦੀ ਛਾਂ ਹੇਠ ਦੱਬੇ ਹੋਏ ਪਰ ਉੱਭਰ ਨਾ ਲੋਚਦੇ ਬਿਰਖ ਦੀ ਸਿਸਕੀ ਨੂੰ ਤਾਂ ਸੁਣਿਓ। ਤੁਹਾਡੀ ਆਤਮਾ ਹੌਕਾ ਹੌਕਾ ਹੋ ਜਾਏਗੀ। ਬੱਚੇ ਉੱਡਣਾ ਲੋਚਦੇ ਨੇ, ਉਹਨਾਂ ਨੂੰ ਪਰ ਦਿਓ। ਉੱਡਣ ਦੀ ਜਾਚ ਸਿਖਾਓ। ਉਹ ਅੰਬਰਾਂ ਦੀ ਵੱਸੀ ਧਰਾਤਲ ਨੂੰ ਆਪਣੇ ਆਪ ਹੀ ਗਾਹ ਲੈਣਗੇ। ਬੱਚਿਆਂ ਦੀ ਸੋਚ ਉਡਾਣ ਦੇ ਪਰ ਕੁਤਰਨ ਵਾਲੇ ਮਾਪੇ ਸਭ ਤੋਂ ਵੱਡੇ ਗੁਨਾਹਗਾਰ ਤੇ ਉਹਨਾਂ ਦੇ ਅਣਜਾਣੇ 'ਚ ਕੀਤੇ ਗੁਨਾਹਾਂ ਦਾ ਢੋਂਦੇ ਨੇ ਸਾਰੀ ਉਮਰ ਭਾਰ। ਬੱਚਿਆਂ ਨੂੰ ਸਹੂਲਤਾਂ ਨਾ ਦਿਓ, ਸਗੋਂ ਉਹਨਾਂ ਦੀ ਸੋਚ ਵਿੱਚ ਕੁਝ ਚੰਗੇਰਾ ਕਰਕੇ ਸਹੂਲਤਾਂ ਪੈਦਾ ਕਰਨ ਦੀ ਤਮੰਨਾ ਪੈਦਾ ਕਰੋ ਤਾਂ ਕਿ ਉਹ ਆਪਣੇ ਹੱਥੀਂ ਪੈਦਾ ਕੀਤੀਆਂ ਸਹੂਲਤਾਂ ਨੂੰ ਮਾਣ ਕੇ ਜ਼ਿੰਦਗੀ ਦਾ ਸੁੱਚਮ ਬਣ ਸਕਣ। ਨਵੀਆਂ ਮੰਜ਼ਿਲਾਂ ਦਾ ਸਿਰਲੇਖ ਬਣਨ ਵਾਲੇ ਲੋਕ ਹੀ ਸਮਾਜ ਦਾ ਮੁਹਾਂਦਰਾ ਨਿਖਾਰਨ ਦੇ ਸਮਰੱਥ ਹੁੰਦੇ ਨੇ। ਨਵੇਂ ਸਮਾਜ, ਦੇਸ਼, ਰਹਿਤਲ ਵਿੱਚ ਪੈਰ ਧਰਨ ਵਾਲੇ ਦੀ ਸੋਚ ਵਿੱਚ ਕੁਝ ਨਵਾਂ ਸਿਰਜਣ ਦਾ ਉਮਾ, ਨਵੀਨਤਨ ਪੈੜਾਂ ਪਾਉਣ ਦਾ ਚਾਅ ਤੇ ਅਜ਼ੀਮ ਪ੍ਰਾਪਤੀਆਂ ਦਾ ਸ਼ੁਦਾ ਹੁੰਦਾ ਹੈ। ਨਰੋਈ ਵੱਖਰ ਤਾਂ ਸਿਰਫ ਮੁਸ਼ਕਿਲਾਂ ਵਿੱਚ ਹੀ ਸਿਰਜੀ ਜਾਂਦੀ ਹੈ। ਨਿੱਤ ਨਵੀਆਂ ਉਲਝਣਾਂ 'ਚ ਘਿਰਨ ਵਾਲੇ ਹੀ ਮੁਸ਼ਕਿਲਾਂ ਨੂੰ ਹੱਲ ਕਰਨ ਦੀਆਂ ਤਰਕੀਬਾਂ ਦੇ ਮਾਹਰ ਹੋ ਜਾਂਦੇ ਨੇ। ਹੋਸਟਲ 'ਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿੱਚ ਹਰ ਤਰ੍ਹਾਂ ਦੇ ਲੋਕਾਂ ਨਾਲ ਰਹਿਣ 'ਚ ਕਦੇ ਪਰੇਸ਼ਾਨੀ ਨਹੀਂ ਆਉਂਦੀ, ਕਿਉਂਕਿ ਵਿਦਿਆਰਥੀ ਜੀਵਨ ਦੌਰਾਨ ਉਹਨਾਂ ਦਾ ਵਾਹ ਹਰ ਵਰਗ ਦੇ ਸਾਥੀਆਂ ਨਾਲ ਪਿਆ ਹੁੰਦਾ ਹੈ। ਇਸੇ ਕਰਕੇ ਕਹਿੰਦੇ ਨੇ ਘਰੋਂ ਬਾਹਰ ਰਹਿਣ ਲਈ ਹੀ ਕਿਸੇ ਨੂੰ ਅਕਲ ਆਉਂਦੀ। ਇਸੇ ਕਰਕੇ ਕਹਿੰਦੇ ਨੇ ਘਰੋਂ ਬਾਹਰ ਰਹਿਣ ਨਾਲ ਹੀ ਕਿਸੇ ਨੂੰ ਅਕਲ ਆਉਂਦੀ ਹੈ। ਮਾਂ-ਬਾਪ ਦੀ ਕਮਾਈ ਤੇ ਐਸ਼ ਕਰਨ ਵਾਲਿਆਂ ਦੇ ਜਦ ਬਾਹਰ ਜਾ ਕੇ ਹੱਥਾਂ ਤੇ ਰੱਟਣ ਪੈਂਦੇ ਹਨ ਤਾਂ ਉਹਨਾਂ ਨੂੰ ਮਿਹਨਤ ਤੇ ਮੁਸ਼ੱਕਤ ਦਾ ਮੀਰੀ ਅਹਿਸਾਸ ਹੁੰਦਾ ਹੈ। ਬੜਾ ਪੁੰਨ ਦਾ ਕੰਮ ਹੁੰਦਾ ਕਿਸੇ ਨੂੰ ਪਰ ਦੇਣਾ, ਕਿਸੇ ਦੀ ਸੋਚ ਵਿੱਚ ਉੱਚੀਆਂ ਉਡਾਣਾਂ ਦਾ ਸਿਰਲੇਖ ਖੁਣ ਦੇਣਾ, ਕਿਸੇ ਨੂੰ ਸੁਪਨਿਆਂ ਦੀ ਜਾਗ ਲਾਉਣਾ
ਤੇ ਫਿਰ ਉਹਨਾਂ ਦੀ ਸੰਪੂਰਨਤਾ ਨੂੰ ਆਪਣੀ ਜੀਵਨ ਸ਼ੈਲੀ ਬਣਾਉਣਾ। ਕਿਸੇ ਦੇ ਵਲਵਲਿਆਂ ਨੂੰ ਸੇਧ ਦੇਣਾ, ਕਿਸੇ ਦੇ ਜੀਵਨ ਬੇੜੀ ਮੰਝਧਾਰ 'ਚੋਂ ਪਾਰ ਲੰਘਾਉਣਾ, ਕਿਸੇ ਦੇ ਸਾਹਾਂ 'ਚ ਰਵਾਨਗੀ ਨੂੰ ਧਰਨਾ ਤੇ ਕਿਸੇ ਦੀ ਪੀੜਾ ਨੂੰ ਹਰਨਾ, ਕਿਸੇ ਦੇ ਮਸਤਕ ਦੀਆਂ ਕਰਮ ਰੇਖਾਵਾਂ ਨੂੰ ਉਗਾੜਨਾ ਤੇ ਕਿਸੇ ਦੇ ਸਦਾ ਲਈ ਬੰਦ ਹੁੰਦੇ ਜਾ ਰਹੇ ਦੀਦਿਆਂ ਸਾਹਵੇਂ ਬੇਦਾਵਾ ਪਾੜਨਾ, ਨੰਗੇ ਪਿੰਡੇ ਨੂੰ ਕੱਜਣਾ ਤੇ ਭੁੱਖੇ ਪੇਟ ਲਈ 2 ਡੰਗ ਦੀ ਰੋਟੀ ਦਾ ਆਹਾਰ ਕਰਨਾ, ਕਿਸੇ ਵਿਲਕਣੀ ਦਾ ਅਹਿਸਾਸ ਕਰਨਾ ਤੇ ਕਿਸੇ ਜ਼ਖਮਾਂ ਤੇ ਕੋਸੇ ਕੋਸੇ ਸਾਹਾਂ ਜਿਹੀ ਟਕੋਰ ਕਰਨਾ। ਸਮਿਆਂ ਦੀ ਬੀਹੀ 'ਚ ਨਿੱਜੀ ਬੇਲਾਗਤਾ ਦਾ ਹੋਕਰਾ ਲਾਉਣ ਵਾਲੇ ਅਜਿਹੀ ਕਰਮ ਯੋਗਤਾ ਦਾ ਸੁਖਨ ਹੁੰਦੇ ਨੇ। ਰਮਤੇ ਜੋਗੀਆਂ ਨੂੰ ਜੂਨੇ ਪੈਣ ਵਾਲੇ ਲੋਕ ਚੌਤਰਫੇ ਫੈਲੇ ਦੁਨਿਆਵੀ ਕੂੜ ਨੂੰ ਸੰਵਾਰਦੇ, ਵਕਤ ਦਾ ਮੁਹਾਂਦਰਾ ਨਿਖਾਰਦੇ ਤੇ ਸੁੱਚਮ ਦੀ ਭੀਖ ਲਈ ਤਹਿਜ਼ੀਬ ਦੀ ਬੀਹੀ 'ਚ ਸਰਗੀ ਗੇੜਾ ਮਾਰਦੇ ਨੇ। ਜੋਗੀ ਤੇ ਪਰਿੰਦੇ ਇੱਕ ਸਮਾਨ, ਕਦੇ ਨਾ ਇੱਕ ਥਾਂ ਡੇਰਾ ਲਾਉਂਦੇ, ਜਿੱਥੇ ਜਾਂਦੇ ਆਪਣੀ ਦੁਨੀਆ ਵਸਾਉਂਦੇ, ਆਪਣੀ ਕਰਮਸ਼ੀਲਤਾ ਨੂੰ ਮਹਿਕ ਖਿਡਾਉਂਦੇ, ਕਾਲਖਾਂ ਭਰੀ ਨਗਰੀ 'ਚ ਸੂਹੇ ਸੂਰਜਾਂ ਦੀ ਭਰਵੀਂ ਫਸਲ ਉਗਾਉਂਦੇ ਤੇ ਫਿਰ ਸੁਪਨਿਆਂ ਸੰਗ ਸਿਰਜੇ ਭਰੇ ਭਕੁੰਨੇ ਸੰਸਾਰ ਨੂੰ ਅਲਵਿਦਾ ਕਹਿ ਨਵੀਂ ਦੁਨੀਆ ਵਸਾਉਣ ਲਈ ਆਪਣੇ ਪਰਾਂ 'ਚ ਨਵੀਂ ਉਡਾਣ ਦਾ ਸਿਰਨਾਮਾ ਲਿਖਵਾਉਂਦੇ। ਧੰਨਵਾਦ। ਅਗਲਾ ਲੇਖ ਹੈ ਕਿਰਮਚੀ ਕਿਰਨਾਂ ਦਾ ਕਾਫਲਾ। ਕਿਰਨ ਦਗਦੇ ਸੂਰਜ ਦੀ ਜੀਵਨਦਾਨੀ। ਪਾਤਰ ਦਾ ਨਾਂ ਨਿੱਘ ਤੇ ਰੌਸ਼ਨੀ ਦਾ ਮੁਜੱਸਮਾ ਤੇ ਕੁਦਰਤ ਦੀ ਹੁਸੀਨ ਕਲਾਕ੍ਰਿਤ। ਕਿਰਨਾਂ ਦੇ ਜਮ ਘਟੇ ਦਾ ਪਾਲਕ ਚਿਰਾਗ ਆਪਣੇ ਆਪੇ ਨੂੰ ਬਾਲ ਕੇ ਰਿਸ਼ਮਾਂ ਦੀ ਸੱਦ ਲਾਉਂਦਾ ਤੇ ਇਹਦੀ ਮੀਰੀ ਹੋਂਦ ਨੂੰ ਸਵੀਕਾਰਦੀ ਏ ਸੁਚੇਤ ਮਨ ਦੀ ਸਿਰਜਣ ਧਾਰਾ। ਕਿਰਨਾਂ ਸੂਰਜਾਂ ਦਾ ਸੁਲਗਦਾ ਸਫਾ, ਜਿਹਦੀ ਹਿੱਕ ਚੁਗਮਦੀ ਏ ਭਵਿੱਖ ਦੇ ਦਿਸ ਹੱਦਿਆਂ ਤੱਕ ਮਾਰ ਕਰਨ ਵਾਲੀ ਦੂਰ ਅੰਦੇਸ਼ੀ। ਕਿਰਨ ਦਰ ਕਿਰਨ ਹੋ ਕੇ ਕਿਸੇ ਨੂੰ ਜੀਵਨ ਦੇਣ ਦਾ ਧਰਮ, ਜਿਉਣ ਜੋਗਿਆ ਦਰਸ਼ਾਂ ਨੂੰ ਸਿਰਜਣ ਤੇ ਕਰਮ ਯੋਗਤਾ ਦਾ ਕਰਮ। ਕਿਰਨ ਸਦਾ ਕਿਰਨਾਂ ਦੀ ਹਮਜੋਲੀ, ਇਹਦੀ ਕੁੱਖ 'ਚ ਹਮੇਸ਼ਾ ਹੀ ਸੁਲਗਦਾ ਰਹਿੰਦਾ ਸੁੱਚੇ ਤੇ ਜਗਮਗਾਉਂਦੇ ਹਰਫਾਂ ਦਾ ਹੇਜ। ਕਿਰਨ ਦੀ ਸੰਦਲੀ ਆਭਾ ਜਦ ਕਦੇ ਧੁਆਂਖੀ ਜਾਂਦੀ ਏ ਤਾਂ ਇਹਦੀ ਦਿੱਖ ਵਿੱਚ ਉਤਰਦਾ ਏ ਮਾਤਮੀ ਸੁਪਨਿਆਂ ਦਾ ਸੋਗ, ਜੋ ਬਣ ਜਾਂਦਾ ਏ ਸਾਹਾਂ ਦੀ ਨਿਰੰਤਰਤਾ ਲਈ ਰੋਗ। ਕਿਰਨ ਵਿਹੂਣਾ ਸੂਰਜ ਕੋਈ ਨਾ ਹੋਵੇ, ਉਹ ਸਦਾ ਨੈਣਾਂ ਵਿੱਚੋਂ ਅੱਖ ਚੋਵੇ ਤੇ ਜੀਵਨ ਦਾ ਹਨੇਰ ਢੋਵੇ। ਜਦ ਕਿਸੇ ਚਿਰਾਗ ਦੀਆਂ ਰੇਸ਼ਮਾਂ ਉਸ ਤੋਂ ਦੂਰ ਚਲੀਆਂ ਜਾਣ ਤਾਂ ਆਲੇ ਵਿੱਚ ਉਗਦੀ ਏ ਹੰਝੂਆਂ ਦੀ ਭਰਵੀਂ ਫਸਲ। ਚੌਗਿਰਦੇ ਛਾਵੀ ਹੋ ਜਾਂਦਾ ਏ ਕਾਲੇ ਪਹਿਰ ਦਾ ਵਰਤਾਰਾ ਤੇ ਜਿਉਣ ਨੂੰ ਜੀਵਨ ਕਹਿਣਾ ਹੀ ਹੋ ਜਾਂਦਾ ਏ ਦੁਪਿਆਰਾ। ਚੰਦਰਮਾ ਤੋਂ ਆਉਂਦੀਆਂ ਕਿਰਨਾਂ ਦੇ ਰੁੱਸਣ ਕਾਰਨ ਹੀ ਧਰਤ ਨੂੰ ਮੱਸਿਆ ਦੀਆਂ ਕਾਲੀਆਂ ਰਾਤਾਂ ਦਾ ਭਾਰ ਢੋਣਾ ਪੈਂਦਾ ਤੇ ਆਪਣੇ ਅੰਤਰੀਵ ਨੂੰ ਕਾਲਖਾਂ ਨਾਲ ਕੋਹਣਾ ਪੈਂਦਾ। ਜਦ ਕਿਸੇ ਘਰ ਦੀਆਂ ਕੰਧਾਂ ਤੇ ਸੋਗੀ ਕਿਰਨਾਂ ਸੰਤਾਪ ਬਣ ਕੇ ਫੈਲ ਜਾਣ ਤਾਂ ਕਮਰੇ 'ਚ ਪਸਰ ਜਾਂਦੀ ਏ ਕਲਹਿਣੀ ਚੁੱਪ ਤੇ ਮਨ ਦੇ ਚਮਨ ਤੇ ਉਤਰਦੀ ਏ ਪਤਝੜੀ ਰੁੱਤ। ਕਈ ਵਾਰ ਮੱਥੇ 'ਚੋਂ ਪਰਾਈ ਹੋਈ ਕਿਰਨ ਕਾਰਨ ਹੀ ਮਾੜੇ ਕਰਮਾਂ ਦਾ ਸਦੀਵੀ ਭਾਰ ਢੋਣ ਲਈ ਮਜਬੂਰ ਹੋ ਜਾਂਦਾ ਏ ਖਿੜਿਆ ਦੇਸੀ ਗੁਲਾਬ। ਉਹਦੇ ਕਰਮਾਂ 'ਚੋਂ ਲੋਪ ਜਾਂਦਾ ਏ ਰੰਗ ਵੰਡਣ ਦਾ ਚਾਅ, ਮਹਿਕ ਦੀ ਧੂਣੀ ਦਾ ਮੱਧਮ ਹੋ ਜਾਂਦਾ ਏ ਤਾਂ ਤੇ ਬਿਖਰੀਆਂ ਪੱਤੀਆਂ ਬਣ ਕੇ ਰਹਿ ਜਾਂਦੇ ਨੇ ਚੰਦਨ ਭਰੀਚੇ ਰਾਤ। ਹਨੇਰਿਆਂ ਦਾ ਭਾਰ ਢੋਂਦੀ ਢੋਂਦੀ ਰਾਤ ਜਦ ਦਰਦ ਨਾਲ ਕਰਾਉਂਦੀ ਏ ਤਾਂ ਸਰਗੀ ਉਹਦੇ ਦਰੀਂ ਕਿਰਨਾਂ ਦਾ ਤੇਲ ਚੋ ਕੇ ਦਿਨ ਦੀ ਆਮਦ ਦਾ ਸ਼ਗਨ ਮਨਾਉਂਦੀ ਏ। ਇੱਕ ਜੁਗਨੂ ਹੀ ਕਾਫੀ ਹੁੰਦਾ ਹੈ ਮਾਹਾ ਹਨੇਰ ਦੀ ਕੁੱਖ ਚੀਰਨ ਲਈ। ਇੱਕ ਤੀਲੀ ਬਹੁਤ ਹੁੰਦੀ ਏ ਦੀਵਿਆਂ ਦੀ ਡਾਰ ਬਨੇਰਿਆਂ ਦੇ ਨਾਮ ਕਰਨ ਲਈ। ਬੰਦ ਕਮਰੇ ਦੀ ਝੀਤ ਵਿੱਚੋਂ ਆ ਰਹੀ ਚਾਨਣ ਦੀ ਇੱਕ ਹੀ ਕਾਤਰ ਨਾਲ ਕਮਰੇ ਦਾ ਵਜੂਦ ਹੋਂਦ 'ਚ ਆ ਜਾਂਦਾ ਹੈ ਤੇ ਸੁੰਨ ਸੋਚਾਂ ਨੂੰ ਜਗਾ ਜਾਂਦਾ ਹੈ। ਕਾਲੀਆਂ ਘਟਾਵਾਂ 'ਚੋਂ ਛਣ ਕੇ ਆਉਂਦੀ ਚਾਨਣੀ ਨਾਲ ਰਾਤ ਦਾ ਮੁਹਾਂਦਰਾ ਸੰਦੂਰੀ ਭਾਅ ਮਾਰਨ ਲੱਗ ਪੈਂਦਾ ਹੈ ਤੇ ਸੰਦਲੀ ਸੰਜੀਵਤ ਹੋਂਦ ਦੇ ਅਹਿਸਾਸ ਦਾ ਝਲਕਾਰਾ ਪੈਂਦਾ ਹੈ। ਸਾਰੀ ਹਯਾਤੀ ਕਾਲਖ ਦਾ ਵਣਜ ਕਰਨ ਵਾਲਿਆਂ ਦੇ ਲੇਖੀ ਕਦੇ ਕਦਾਈ ਇੱਕ ਹੀ ਕਾਤਰ ਚਾਨਣ ਧਰੌਂਕਦੀ ਸਵੇਰ ਵਰਗੇ ਪਲਾਂ ਦੀ ਸੱਦ ਲਾਉਂਦੀ ਤੇ ਸੁੱਚੀ ਕਾਮਨਾ ਦੇ ਸੁੱਚਮ ਨਾਲ ਨਹਾਉਂਦੀ। ਕਿਰਨਾਂ ਸੰਗ ਲਬਰੇਜ਼ ਲੋਕ ਜੀਵਨ ਦਾ ਸੱਚ ਭੋਗਦੇ ਤੇ ਕਿਰਨ ਵੀ ਹੋਣੇ ਲੋਕ ਜੀਵਨ ਦੀ ਕੜਵਾਹਟ ਨੂੰ ਆਪਣੇ ਅੰਦਰ ਡੋਲਦੇ, ਕੂੜ ਕਬਾੜ ਤੋਲਦੇ ਤੇ ਨੀਰਸ ਦਾ ਭਰਪੂਰ ਬੋਲ ਬੋਲਦੇ। ਕਿਰਨਾਂ ਦਾ ਕਾਫਲਾ ਜਦ ਕਿਸੇ ਵਕਤ ਦੇ ਦਰੀਂ ਦਸਤਕ ਬਣ ਜਾਏ ਤਾਂ ਲਿਖੀ ਜਾਂਦੀ ਏ ਤਹਿਜ਼ੀਬ। ਜਾਗ ਪੈਂਦੇ ਨੇ ਸਮਿਆਂ ਦੇ ਨਸੀਬ,
ਵਕਤ ਦੀ ਵਹੀ ਤੇ ਉੱਕਰ ਜਾਂਦੀ ਏ, ਜਾਗਦੀ ਤਕਦੀਰ ਮੰਜ਼ਿਲ ਆ ਜਾਂਦੀ ਏ ਕਰੀਬ। ਕਿਰਮਚੀ ਕਿਰਨਾਂ ਜਦ ਕਿਸੇ ਨੂੰ ਕਮਰੇ ਨੂੰ ਆਪਣੀ ਆਭਾ ਨਾਲ ਭਰਦੀਆਂ ਨੇ ਤਾਂ ਰੁਸ਼ਨਾ ਉੱਠਦੀ ਏ ਉਹਦੀ ਹਰ ਦੀਵਾਰ। ਨਜ਼ਰ ਆਉਂਦਾ ਏ ਚੌਂਕੁੰਟੀ ਦਿਲਦਾਰ, ਫਿਜ਼ਾ 'ਚ ਚਾਰੇ ਪਾਸੇ ਪਸਰ ਜਾਂਦਾ ਏ ਪਿਆਰ ਹੀ ਪਿਆਰ। ਤੇ ਇਹਦੀ ਖੁਮਾਰੀ 'ਚ ਕਮਰੇ ਦੇ ਸਮੁੱਚ ਨੂੰ ਚੜ੍ਹ ਜਾਂਦਾ ਮੋਹ ਬੁਖਾਰ, ਤੇ ਸਾਹਾਂ 'ਚ ਫੈਲ ਜਾਂਦਾ ਏ ਕੋਸੇ ਕੋਸੇ ਮਹਿਕੀਲੇ ਸਾਹਾਂ ਦਾ ਪਾਰਾਵਾਰ। ਕਿਰਨਾਂ ਦੀ ਕਾਤਰ ਜਦ ਕਿਸੇ ਅੱਖਰ ਦੀ ਅੱਖ 'ਚ ਤਰਦੀ ਏ ਤਾਂ ਸੁੱਤੇ ਅਰਥਾਂ ਦੇ ਨੈਣਾਂ 'ਚ ਜਾਗ ਪੈਂਦੇ ਨੇ ਸੁਪਨੇ। ਸਫ਼ਿਆਂ ਦੇ ਵਿੱਚ ਜਾਂਦੀਆਂ ਨੇ ਰੌਸ਼ਨ ਰਾਹਾਂ, ਹਰਫ ਦਰ ਹਰਫ ਜਗਦੇ ਨੇ ਚਿਰਾਗ, ਤੇ ਮੱਥਿਆਂ 'ਚ ਚਾਨਣ ਪੈੜਾਂ ਨੂੰ ਲੱਗ ਜਾਂਦੇ ਨੇ ਭਾਗ। ਕਿਰਨਾਂ ਦੀ ਜੂਹ 'ਚ ਪਹੁੰਚ ਕੇ ਜ਼ਿੰਦਗੀ ਦਾ ਸੁੱਚਮ ਤੇ ਸੰਜਮ ਤੁਹਾਡੇ ਰੂਬਰੂ ਹੁੰਦਾ। ਤੁਸੀਂ ਆਪਣੀ ਹੋਣੀ ਨੂੰ ਆਪਣੜੇ ਹੱਥੀਂ ਕਿਆਸਦੇ, ਇਹਦੇ ਸੰਕਲਪ ਨੂੰ ਉਸਾਰਦੇ, ਇਹਨੂੰ ਅਜੋਕੇ ਸਮਿਆਂ ਦੇ ਅਨੁਕੂਲ ਵਿਸਥਾਰਦੇ ਤੇ ਇਹਨਾਂ ਨੂੰ ਨਵੇਂ ਦਿਹਾਦਿਆਂ ਦਾ ਰਾਹ ਦਸੇਰਾ ਬਣਨ 'ਚ ਪਹਿਲ ਕਰਦੇ। ਕਿਰਨਾਂ ਦਾ ਪੀੜਾ ਡਾਉਣ ਵਾਲੇ ਲੋਕ ਹਰ ਮਨ ਮਸਤਕ ਵਿੱਚ ਸੁਖਨਵਰ ਪਲਾਂ ਦਾ ਨਿਉਂਦਾ, ਖੁਸ਼ੀ ਭਰੇ ਪਲਾਂ ਦਾ ਵਿਸਮਾਦ, ਚਾਵਾਂ ਲੱਦੇ ਵਕਤਾਂ ਦੀ ਅਰਦਾਸ ਤੇ ਭਲੇ ਦਿਨਾਂ ਦੀ ਆਸ ਦਾ ਸੁਨੇਹਾ। ਕਿਰਨਮ ਕਿਰਨੀ ਕਿਰਨ ਵਾਲੇ ਲੋਕ ਜਦ ਦੂਰ ਤੁਰ ਜਾਂਦੇ ਨੇ ਤਾਂ ਉਹਨਾਂ ਦਾ ਸਾਡੀਆਂ ਰਾਹਾਂ 'ਚ ਛਿੜਕਿਆ ਚਾਨਣ ਸਾਡਾ ਮਾਰਗ ਦਰਸ਼ਨ ਕਰਦਾ ਤੇ ਸਾਡੀਆਂ ਝੋਲੀਆਂ ਨਿਆਮਤਾਂ ਨਾਲ ਭਰਦਾ। ਇਹਨਾਂ ਲੋਕਾਂ ਦੀ ਯਾਦ ਵਿੱਚ ਹੀ ਕਿਰਨਮਈ ਪਲ ਸਾਡੇ ਮੱਥਿਆਂ ਦਾ ਸਦੀਵੀ ਭਖਦਾ ਸੂਰਜ ਬਣ ਬਹਿੰਦੇ। ਕਿਰਨਾਂ ਦੀ ਕਬਰ ਪੁੱਟਣ ਵਾਲੇ ਲੋਕ ਆਪ ਹੀ ਬਣ ਜਾਂਦੇ ਨੇ ਕਬਰ, ਕਿਉਂਕਿ ਚਾਨਣ ਕਦੇ ਮਰਦਾ ਨਹੀਂ। ਹਨੇਰਿਆਂ ਦੀਆਂ ਸੀਮ ਪਰਤਾਂ ਵਿੱਚੋਂ ਵੀ ਚਾਨਣ ਦੀ ਕੋਮਲ ਕਲੀ ਫੁੱਟ ਆਉਂਦੀ ਤੇ ਚੌਗਿਰਦੇ ਨੂੰ ਭਾਗ ਲਾਉਂਦੀ। ਕਿਰਨ ਨੂੰ ਉਹਦੇ ਚਾਨਣ ਵੰਡਣ ਦੇ ਮਾਨਵੀ ਕਰਮ ਤੋਂ ਕਦੇ ਵੀ ਨਹੀਂ ਰੋਕਿਆ ਜਾ ਸਕਦਾ। ਸਿਰਫ ਕੁਝ ਲੋਕ ਇਹਨੂੰ ਲੁਕਾਉਣ ਦਾ ਭਰਮ ਜ਼ਰੂਰ ਪਾਲਦੇ ਨੇ। ਸੂਰਜ ਕਦੇ ਮਰਿਆ ਨਹੀਂ ਕਰਦੇ ਤੇ ਨਾ ਹੀ ਕਦੇ ਛੁਪਦੇ ਨੇ। ਕਿਰਨਾਂ ਦੇ ਮਨ 'ਚ ਕਾਲੇ ਬੋਲੇ ਵਕਤਾਂ ਨਾਲ ਆਡਾ ਲਾਉਣ ਦੀ ਚਾਹਨਾ ਹਰ ਦਮ ਸਲਵੱਟੇ ਲੈਂਦੀ ਰਹਿੰਦੀ। ਕਿਰਨਾਂ ਨੂੰ ਆਪਣੇ ਕਰਮ ਰੇਖਾਵਾਂ ਵਿੱਚੋਂ ਹੀ ਮਨਫੀ ਕਰਨ ਵਾਲੇ ਅਕਸਰ ਹੀ ਜ਼ਿੰਦਗੀ 'ਚੋਂ ਮਨਫੀ ਹੋ ਕੇ ਰਾਹਾਂ ਦੀ ਨਿਕਰਮੀ ਧੂੜ ਬਣ ਜਾਂਦੇ ਨੇ, ਜਿਹੜੀ ਹਮੇਸ਼ਾ ਪੈਰਾਂ ਹੇਠ ਮਸਲੀ ਤੇ ਹਵਾ 'ਚ ਰੋਲੀ ਜਾਂਦੀ। ਇਹ ਸਿਰਫ ਕਿਸੇ ਚਿਹਰੇ ਨੂੰ ਮੈਲਾ ਧੁੰਦਲਾ ਜਾਂ ਦਾਗੀ ਕਰ ਸਕਦੀ ਹੈ। ਅਜਿਹੇ ਲੋਕਾਂ ਤੋਂ ਕਿਸੇ ਮਾਸੂਮ ਚਿਹਰੇ ਨੂੰ ਰੁਸ਼ਨਾਉਣ ਦੀ ਆਸ ਰੱਖਣਾ ਵੀ ਅਨਾੜੀਪੁਣਾ ਕਿਹਾ ਜਾ ਸਕਦਾ ਹੈ। ਕਿਰਨ ਕਿਰਨ ਸੰਗ ਲਿਪਟ ਕੇ ਜਦ ਕਿਰਨਾਂ ਦਾ ਸੰਗਮ ਰਚਾਉਂਦੀ ਏ ਤਾਂ ਹਨੇਰੇ ਵਕਤਾਂ ਦੇ ਅੰਤਰੀ ਵਿੱਚ ਫੈਲ ਜਾਂਦਾ ਏ ਡਰ, ਕੰਬਦੇ ਨੇ ਫੋਹਸ਼ ਵਿਚਾਰ, ਰੁਕ ਜਾਂਦਾ ਏ ਕੂੜ ਦਾ ਪਸਾਰ ਤੇ ਉਜਲੇ ਪਹਿਰ ਦਾ ਸ਼ੁਰੂ ਹੋ ਜਾਂਦਾ ਏ ਵਿਸਥਾਰ। ਮੱਥੇ ਚੁਗਮੀ ਕਿਰਨ ਮਸਤਕ ਰੇਖਾਵਾਂ ਨੂੰ ਰੁਸ਼ਨਾਉਂਦੀ ਤੇ ਨਰੋਈਆਂ ਪੈੜਾਂ ਦਾ ਸਿਰਨਾਵਾਂ ਸੋਚਾਂ ਵਿੱਚ ਉਪਜਾਉਂਦੀ। ਹਰਫਾਂ ਵਿੱਚ ਉਗਮੀ ਕਿਰਨ ਅਰਥਾਂ ਦਾ ਸੂਹਾ ਲਿਬਾਸ, ਸ਼ਬਦ ਕੁੱਖ ਨੂੰ ਕਰਮਸ਼ੀਲਤਾ ਦਾ ਅਹਿਸਾਸ ਤੇ ਉਹਨਾਂ 'ਚੋਂ ਪਨਪਦਾ ਮਿੱਠੜਾ ਉਲਾਸ। ਕਿਰਨ ਜਦ ਸੋਚਾਂ ਦੀ ਰੂਹ ਮੱਲਦੀ, ਇੱਕ ਕਾਬਾ ਚਿਹਰੇ ਤੇ ਫੈਲਦੀ ਤੇ ਇਸ 'ਚੋਂ ਡਲਕਦਾ ਸੁਖਨਵਰ ਪਲਾਂ ਦਾ ਸੁਪਨ ਸੰਸਾਰ। ਕਿਰਨਾਂ ਦਾ ਕਾਫਲਾ ਜਦ ਕਿਸੇ ਦਰ ਦੀ ਦਸਤਕ ਬਣ ਜਾਏ ਤਾਂ ਚਾਨਣ 'ਚ ਨਹਾਉਂਦਾ ਏ। ਸਮੁੱਚੇ ਘਰ ਦਾ ਵਜੂਦ ਰੌਸ਼ਨ ਰੌਸ਼ਨ ਹੋ ਜਾਂਦੇ ਨੇ ਕਮਰੇ ਤੇ ਬਨੇਰਿਆਂ ਤੇ ਉਤਰ ਆਉਂਦੀ ਏ ਦੀਵਾਲੀ ਦੀ ਰਾਤ। ਕਿਰਨਾਂ ਦੀ ਰੁੱਤ ਜਦ ਕਿਸੇ ਚਮਨ ਦਾ ਨਸੀਬ ਬਣ ਜਾਏ ਤਾਂ ਖਿੜਦੀ ਏ ਚਾਵਾਂ ਦੀ ਗੁਲਜ਼ਾਰ ਤੇ ਮਹਿਕਦੀ ਏ ਭਾਵਾਂ ਦੀ ਫੁਹਾਰ। ਸੂਰਜ ਦੀਆਂ ਜਾਈਆਂ ਇਹ ਕਿਰਨਾਂ ਜਦ ਧਰਤੀ ਦੇ ਸੀਨੇ ਤੇ ਚਾਨਣ ਤਰੌਂਕਦੀਆਂ ਨੇ ਤਾਂ ਡਲਕਦਾ ਏ ਇਹਨਾਂ ਦਾ ਧਰਤ ਨਾਲ ਪਿਆਰ। ਇਹਨਾਂ ਦੀਆਂ ਸ਼ੁਭ ਭਾਵਨਾਵਾਂ ਨੂੰ ਮਿਲਦੀ ਏ ਖੰਭਾਂ ਦੀ ਡਾਰ। ਧਰਤੀ ਹੋ ਜਾਂਦੀ ਏ ਸੀਰਤ ਦੀ ਕਰਜ਼ਦਾਰ, ਸੂਰਤ ਨਾਲ ਕਣ ਕਣ ਹੋ ਜਾਂਦਾ ਏ ਸਰਸ਼ਾਰ ਤੇ ਕੁਦਰਤ ਰਾਣੀ ਦਾ ਨਿਖਰ ਜਾਂਦਾ ਏ ਸ਼ਿੰਗਾਰ। ਭਲਾ ਕਿਰਨਾਂ ਤੋਂ ਬਗੈਰ ਤਾਂ ਕੁਦਰਤ ਦਾ ਕਿੰਝ ਹੋਵੇਗਾ ਵਿਸਥਾਰ ਤੇ ਵਿਕਾਸ। ਯੁੱਗ ਯੁੱਗ ਜਿਉਂਦੀਆਂ ਰਹਿਣ ਕਿਰਨਾਂ, ਚਿਰ ਸਦੀਵੀ ਸਥਿਰ ਰਹੇ ਸੂਰਜਾਂ ਦੇ ਵਿਹੜੇ ਦੀ ਗਹਿਮਾ ਗਹਿਮੀ। ਭਰ ਜਵਾਨੀਆਂ ਮਾਨਣ ਕਿਰਨਾਂ ਨੂੰ ਜੀ ਆਇਆਂ ਕਹਿਣ ਵਾਲੇ ਚੇਤੰਨ ਲੋਕ ਤੇ ਕਿਰਨਾਂ ਦੀਆਂ ਘੁੱਟਾਂ ਭਰਨ ਵਾਲੇ ਸੰਵੇਦਨਸ਼ੀਲ ਲੋਕ। ਸੰਜੀਵ ਰਹੇ ਕਿਰਨਾਂ ਨੂੰ ਗਲ ਲਾਉਣ ਵਾਲੇ ਮੋਹਵੰਤੇ ਸੱਜਣਾ ਦੀ ਕਰਮਸ਼ੀਲਤਾ ਤੇ ਨਾ ਰਹੇ ਕਿਰਮਚੀ ਲੋਕਾਂ ਦੇ ਕਰਮ ਤੇ ਧਰਮ ਵਿਚਲਾ ਫਾਸਲਾ। ਕਿਰਨਾਂ ਦਾ ਲੋਭੀ, ਮਾਨਵਤਾ ਦਾ ਹਾਮੀ, ਦੁਨਿਆਵੀ ਕਾਰਜਾਂ 'ਚੋਂ ਚੰਗਿਆਈ ਦਾ ਚਤੇਰਾ, ਆਦਮੀਅਤ ਦਾ ਦਰਿਆ, ਹਰ ਮੁਖੜੇ ਦੀ ਸੰਦਲੀ ਭਾਅ ਤੇ ਮਨ ਭਾਉਂਦੀ ਅਦਾ।
ਕਿਰਨ ਕਿਰਨ ਹੋ ਕੇ ਜਿਉਣ ਵਾਲੇ ਲੋਕ ਹੀ ਕਿਸੇ ਸਮੇਂ ਦਾ ਸੁੱਚਾ ਹਾਸਲ, ਕਿਸੇ ਵਕਤ ਦੀ ਕਮਾਈ, ਸ਼ੁਭ ਕਰਮਨ ਦੀ ਵਡਿਆਈ ਤੇ ਹਰ ਜੀਵ ਦੀ ਭਲਾਈ। ਉਹਨਾਂ ਦੀ ਜੀਵਨ ਸ਼ੈਲੀ ਦੇ ਸਰੋਕਾਰ ਸਮੁੱਚ ਨੂੰ ਸਮਰਪਿਤ, ਸਦੀਵਤਾ ਨੂੰ ਅਰਪਿਤ ਤੇ ਮਾਨਵੀਕਰਨ ਨਾਲ ਲਬਰੇਜ਼। ਕਦੇ ਕਿਰਨ ਬਣ ਕੇ ਜਿਉਣ ਦਾ ਹੌਸਲਾ ਤਾਂ ਕਰਨਾ। ਤੁਹਾਡੇ ਰਾਹਾਂ ਦੀਆਂ ਡੂੰਘੀਆਂ ਖਾਈਆਂ 'ਚ ਜਗਣਗੇ ਚਿਰਾਗ, ਰਾਹ ਹੋ ਜਾਣਗੇ ਬਾਗੋ ਬਾਗ ਤੇ ਕਦਮਾਂ ਨੂੰ ਮੰਜ਼ਿਲ ਪਾਉਣ ਦਾ ਮਿਲੇਗਾ ਵਰਦਾਨ। ਕਿਰਨਾਂ ਦੀ ਕੰਨੀ ਪਕੜਨ ਵਾਲੇ ਲੋਕ ਧੰਨ, ਮਹਾਨ ਹੈ ਉਹਨਾਂ ਦੀ ਸੇਵਾ ਤੇ ਉੱਚਤਮ ਹੈ ਉਹਨਾਂ ਦੀ ਕਰਨੀ ਤੇ ਕਥਨੀ ਵਿਚਲਾ ਸਿਮਟਿਆ ਅੰਤਰ। ਕਿਰਨਾਂ ਦੀ ਗਲਵੱਕੜੀ 'ਚ ਜ਼ਿੰਦਗੀ ਦੇ ਸੁਖਨ ਦੀ ਨਿਸ਼ਾਨਦੇਹੀ ਕਰਨ ਵਾਲਿਆਂ ਦੇ ਮਸਤਕ 'ਚ ਚਾਨਣ ਦਾ ਆਲਣਾ, ਵਿਹੜੇ 'ਚ ਰੌਸ਼ਨੀਆਂ ਦਾ ਤਿਉਹਾਰ, ਬਨੇਰੇ ਤੇ ਚਿਰਾਗਾਂ ਦੀ ਡਾਰ ਤੇ ਘਰ ਦੀ ਫਿਜ਼ਾ 'ਚ ਚਾਨਣ ਦੀ ਫੁਲਕਾਰੀ ਦਾ ਸ਼ਿੰਗਾਰ। ਕਿਰਨਾਂ ਦੀ ਰਹਿਨੁਮਾਈ ਵਿਰਲੇ ਲੋਕਾਂ ਦੀ ਕਰਮ ਯਾਚਨਾ, ਉਹਨਾਂ ਦੇ ਜੀਵਨ ਸਮੁੱਚ ਦੀ ਸਾਧਨਾ, ਮਿੱਥੇ ਟੀਸੇ ਦੀ ਆਰਾਧਨਾ ਤੇ ਉਹਦੀ ਪ੍ਰਾਪਤੀ ਤੱਕ ਕੀਤੀ ਉਪਾਸਨਾ। ਕਿਰਨਾਂ ਦਾ ਮੋਹ ਕਰਨ ਵਾਲੇ ਮੋਹਵੰਤੇ ਲੋਕਾਂ ਸਦਕਾ ਹੀ ਜਿਉਂਦੀ ਏ ਖੁਦਾਈ, ਮਾਨਵਤਾ ਸੰਗ ਸਰਸਰੇ ਲੁਕਾਈ ਤੇ ਯੁੱਗਾਂ ਤੀਕ ਸਲਾਮਤ ਤੇ ਆਦਮੀਅਤ ਦੀ ਭਲਾਈ ਤੇ ਤਹਿਜ਼ੀਬ ਦਾ ਅੰਗ ਬਣ ਕੇ ਚਿਰ ਸਦੀਵੇ ਕਿਰਮਚੀ ਕਿਰਨਾਂ ਦੀ ਰਸਾਈ। ਧੰਨਵਾਦ।